ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਦੇ ਨਾਲ ਸੰਬੰਧਿਤ ਬਹੁਤ ਗੱਲਾਂ ਐਸੀਆਂ ਨੇ ਜਿਹੜੀਆਂ ਕਿ ਮਨ ਘੜਤ ਸਾਖੀਆਂ ਜੋੜੀਆਂ ਗਈਆਂ। ਕੁਝ ਗੱਲਾਂ ਐਸੀਆਂ ਨੇ ਜਿਨ੍ਹਾਂ ਦਾ ਇਤਿਹਾਸ ਦੇ ਵਿੱਚ ਵੀ ਹਵਾਲਾ ਨਹੀਂ ਮਿਲਦਾ, ਪਰੰਤੂ ਉਹਨਾਂ ਨੂੰ ਧੱਕੇ ਦੇ ਨਾਲ ਮੜ੍ਹਿਆ ਗਿਆ ਜਾਂ ਸੁਣਾਇਆ ਗਿਆ। ਹੁਣ ਉਹ ਗੱਲਾਂ ਕਿਹੜੀਆਂ ਨੇ ਅਤੇ ਕਿਉਂ ਆਈਆਂ, ਸਾਡੇ ਵਿੱਚ ਕਿਵੇਂ ਆਈਆਂ, ਉਹਨਾਂ ਦੀ ਅਸਲੀਅਤ ਕੀ ਹੈ, ਆਪਾਂ ਉਹਨਾਂ ਦੇ ਬਾਰੇ ਵਿਚਾਰ ਕਰਾਂਗੇ। ਅਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਦੀ ਅਸਲ ਤਰੀਕ ਕੀ ਹੈ, ਇਸ ਦੇ ਬਾਰੇ ਵੀ ਆਪਾਂ ਵਿਚਾਰ ਕਰਾਂਗੇ, ਕਿਉਂਕਿ ਬੜਾ ਝਮੇਲਾ ਜਿਹਾ ਪੈਂਦਾ ਜੀ ਤਰੀਕਾਂ ਦਾ ਅਸਲ ਦੇ ਵਿੱਚ। ਹੁਣ ਦੂਜੀਆਂ ਕੌਮਾਂ ਨੇ ਸਾਰਿਆਂ ਨੇ ਆਪਣੀਆਂ ਤਰੀਕਾਂ ਫਿਕਸ ਕੀਤੀਆਂ ਵੀ ਆਹ ਤਰੀਕ ਨੂੰ ਆਹ ਦਿਨ ਆਉਣਾ। ਸਿੱਖਾਂ ਦੇ ਵਿੱਚ ਵੀ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕੀਤਾ, ਪਰੰਤੂ ਇੱਕ ਤੁਹਾਡਾ ਉਹ ਸਾਧ ਲਾਣਾ ਕਹਿ ਲਓ ਜਾਂ ਬਦਮਾਕਾ ਲਾਣਾ ਕਹਿ ਲਓ, ਜਿਹੜਾ ਦਿਮਾਗ ਤੋਂ ਕਦੇ ਵੀ ਕੰਮ ਲੈਂਦਾ ਨਹੀਂ, ਜਾਨ ਲੈਣਾ ਨਹੀਂ ਹੁੰਦਾ, ਉਸ ਧੜੇ ਦੇ ਵੱਲੋਂ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕੀਤਾ। ਨਾਨਕਸ਼ਾਹੀ ਕੈਲੰਡਰ ਰੱਦ ਕਰਕੇ ਐਵੇਂ ਦਾ ਮਿਲਗੋਭਾ ਜਿਹਾ ਕੈਲੰਡਰ ਸਾਡੇ ਵਿੱਚ ਵਾੜਿਆ, ਜਿਹੜਾ ਨਾ ਨਾਨਕਸ਼ਾਹੀ ਸੀ, ਨਾ ਬਿਕਰਮੀ ਸੀ ਅਤੇ ਨਾ ਈਸਵੀ ਕੈਲੰਡਰ ਸੀ। ਉਹ ਇੱਕ ਮਿਲਗੋਭਾ ਜਿਹਾ ਸਾਡੇ ਵਿੱਚ ਵਾੜਤਾ ਅਗਲਿਆਂ ਨੇ। ਕਿਉਂ? ਕਿਉਂਕਿ ਦੁਬਿਧਾ 'ਚ ਰੱਖਣਗੇ ਜੀ ਆਪਾਂ ਨੂੰ। ਜਿੰਨਾ ਚਿਰ ਆਪਾਂ ਦੁਬਿਧਾ ਦੇ ਵਿੱਚ ਰਹਾਂਗੇ, ਇੱਕ ਚਿੱਤ ਨਾ ਹੋਵਾਂਗੇ, ਇਕਾਗਰ ਨਾ ਹੋਵਾਂਗੇ, ਆਪਣੇ ਵਿੱਚ ਕੁਝ ਵੀ ਮਿਲਾਵਟ ਕਰਨੀ ਸੌਖੀ ਹੈ, ਵੰਡਣਾ ਸੌਖਾ ਸਿੱਖਾਂ ਨੂੰ। ਇਸ ਲਈ ਇੱਕ ਨਹੀਂ ਹੋਣ ਦੇਣਾ ਚਾਹੁੰਦੇ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਦੇ ਨਾਲ ਸੰਬੰਧਿਤ ਵੀ ਐਵੇਂ ਦਾ ਕਾਰਾ ਇਹਨਾਂ ਦੇ ਵੱਲੋਂ ਕੀਤਾ ਗਿਆ। ਹੁਣ ਤੁਸੀਂ ਵੇਖਿਓ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਹਰ ਸਾਲ ਤਰੀਕ ਬਦਲ ਕੇ ਆਉਂਦੀ ਹੈ, ਪਰੰਤੂ ਨਾਨਕਸ਼ਾਹੀ ਕੈਲੰਡਰ ਦੇ ਵਿੱਚ ਇਹਦੀ ਕੀ ਤਰੀਕ ਸੀ ਉਹਦੇ ਬਾਰੇ ਵੀ ਆਪਾਂ ਵਿਚਾਰ ਕਰਾਂਗੇ। ਸਭ ਤੋਂ ਪਹਿਲੀ ਗੱਲ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਦੇ ਕਾਰਨ ਕੀ ਸਨ। ਸ਼ਹੀਦੀ ਲਫ਼ਜ਼ ਦਾ ਬੜਾ ਵੱਡਾ ਮਾਇਨੇ ਆਪਸ ਦੇ ਵਿੱਚ, ਆਪਣੇ ਆਪ ਦੇ ਵਿੱਚ ਬੜੀ ਵੱਡੀ ਅਹਿਮੀਅਤ ਰੱਖਦਾ ਸ਼ਹੀਦੀ ਲਫ਼ਜ਼। ਕੋਈ ਛੋਟਾ ਮੋਟਾ ਲਫ਼ਜ਼ ਨਹੀਂ। ਜਦੋਂ ਸ਼ਹੀਦੀ ਲਫ਼ਜ਼ ਦੀ ਗੱਲ ਕੀਤੀ ਜਾਏ, ਇਸ ਭਾਰਤ ਦੀ ਸੰਸਕ੍ਰਿਤੀ ਦੇ ਵਿੱਚ ਬਲੀਆਂ ਦਾ ਜ਼ੋਰ ਸੀ। ਵੇਦਾਂ ਨੂੰ ਪੜ੍ਹ ਕੇ ਵੇਖੋ, ਵੇਦਾਂ ਦੇ ਵਿੱਚ ਅਸ਼ਵਮੇਧ ਯੱਗ, ਘੋੜਿਆਂ ਨੂੰ ਮਾਰ ਕੇ ਉਹਨਾਂ ਦੇ ਯੱਗ ਕੀਤੇ ਜਾਂਦੇ ਸਨ। ਬੜੇ ਵੱਡੇ ਯੱਗ ਕੀਤੇ ਜਾਂਦੇ ਸਨ, ਮਨੁੱਖਾਂ ਨੂੰ ਮਾਰ ਕੇ ਉਹਨਾਂ ਦੇ ਯੱਗ ਕੀਤੇ ਜਾਂਦੇ ਸਨ। ਭਾਵ ਕਿ ਆਪਣੇ ਸਵਾਰਥ ਦੇ ਲਈ ਕਿਸੇ ਦੀ ਬਲੀ ਲੈਣੀ ਛੋਟੀ ਜਿਹੀ ਗੱਲ ਸੀ, ਕੋਈ ਬਾਹਲੀ ਵੱਡੀ ਗੱਲ ਸਮਝਿਆ ਨਹੀਂ ਸੀ ਜਾਂਦਾ। ਪਰੰਤੂ ਇਸ ਭਾਰਤੀ ਸੰਸਕ੍ਰਿਤੀ ਦੇ ਵਿੱਚ ਜੇ ਆਪਣਾ ਆਪ ਕਿਸੇ ਦੇ ਉੱਤੋਂ ਨਿਸ਼ਾਵਰ ਕੀਤਾ ਕਿਸੇ ਨੇ, ਅਤੇ ਉਹ ਪਹਿਲੇ ਸ਼ਹੀਦ ਸਨ ਗੁਰੂ ਅਰਜਨ ਸਾਹਿਬ ਮਹਾਰਾਜ। ਇਸੇ ਕਰਕੇ ਉਹਨਾਂ ਨੂੰ ਸ਼ਹੀਦਾਂ ਦੇ ਸਿਰਤਾਜ ਕਿਹਾ ਜਾਂਦਾ ਹੈ। ਉਹਨਾਂ ਦਾ ਆਪਣੀ ਸ਼ਹਾਦਤ ਦੇ ਵਿੱਚ ਕੋਈ ਸਵਾਰਥ ਨਹੀਂ ਸੀ। ਸ਼ਹੀਦੀ ਦਾ ਲਫ਼ਜ਼ ਦਾ ਅਰਥ ਕੀ ਹੈ ਜੀ? ਸ਼ਹੀਦੀ ਲਫ਼ਜ਼ ਦਾ ਅਰਥ ਹੈ ਕਿ ਉਹ ਸ਼ਹੀਦ, ਉਹ ਮਨੁੱਖ ਜਿਹਦੇ ਕੋਲ ਇੱਕ ਰਸਤਾ ਹੈ ਬਚਣ ਦਾ, ਕਿ ਆਹ ਰਸਤਾ ਜ਼ਾਲਮ ਦਿਖਾ ਰਿਹਾ, ਤੂੰ ਬਚਣ ਦੇ ਲਈ ਆਹ ਕੰਮ ਕਰ, ਤੈਨੂੰ ਛੱਡ ਦਿੱਤਾ ਜਾਏਗਾ, ਅਤੇ ਜੇ ਨਾ ਕਰੇਗਾ ਤਾਂ ਖਤਮ ਕਰ ਦਿੱਤਾ ਜਾਏਗਾ। ਭਾਵ ਕਿ ਚਾਂਸ ਹੈ ਨੇ ਬਚਣ ਦੇ, ਉਹਦੇ ਕੋਲ ਇੱਕ ਆਪਸ਼ਨ ਹੈ। ਜੇ ਸਰਕਾਰ ਦੀ ਹਕੂਮਤ ਦੀ ਮੌਕੇ ਦੀ ਅਧੀਨਗੀ ਕਬੂਲ ਕਰ ਰਹੇ ਤੇ ਬਚ ਸਕਦਾ ਜੀ। ਪਰੰਤੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਅਧੀਨਗੀ ਕਬੂਲ ਨਹੀਂ ਕੀਤੀ, ਉਹਨਾਂ ਨੂੰ ਸ਼ਹੀਦ ਕੀਤਾ ਗਿਆ, ਤਾਂ ਕਰਕੇ ਉਹਨਾਂ ਨੂੰ ਸ਼ਹੀਦ ਕਿਹਾ ਜਾਂਦਾ ਹੈ। ਅੱਜ ਤੇ ਕਿਸੇ ਦੇ ਸਿਰ ਦੇ ਵਿੱਚ ਵੱਟਾ ਵਾਜੇ, ਕੋਈ ਕੰਧ ਤੋਂ ਡਿੱਗ ਪਏ, ਮਰ ਜਾਏ, ਉਹਨੂੰ ਵੀ ਆਪਾਂ ਸ਼ਹੀਦ ਕਹਿ ਦਿੰਦੇ ਹਾਂ। ਬੜਾ ਨਿੱਕਾ ਜਿਹਾ ਸ਼ਬਦ ਬਣ ਗਿਆ ਜੀ। ਕੋਈ ਆਮ ਜਾਂਦਾ ਸੜਕ ਦੇ ਉੱਪਰ ਗੁਰਦੁਆਰੇ ਦੇ ਵਿੱਚ ਮੱਥਾ ਟੇਕਣ ਆਇਆ, ਕੀਰਤਨ ਕਰਦਾ, ਉੱਥੇ ਆਪਣੇ ਸਾਹ ਪੂਰੇ ਕਰ ਜੇ, ਉਹਨੂੰ ਵੀ ਆਪਾਂ ਕਹਿ ਦਿੰਦੇ ਹਾਂ ਸ਼ਹੀਦ। ਜਾ ਕੇ ਤੋਂ ਡਿੱਗ ਕੇ ਮਰ ਜੇ, ਉਹਨੂੰ ਵੀ ਆਪਾਂ ਆਮ ਸ਼ਹੀਦ ਕਹਿ ਦਿੰਦੇ ਹਾਂ। ਭਾਵ ਕਿ ਜਿਹੜਾ ਸ਼ਹੀਦੀ ਲਫ਼ਜ਼ ਉਹਦੀ ਬਾਹਲੀ ਵੱਡੀ ਅਹਿਮੀਅਤ ਆਪਾਂ ਰਹਿ ਨਹੀਂ ਦਿੱਤੀ ਜਿੱਡਾ ਸ਼ਬਦ ਸੀ, ਜਿੱਡਾ ਲਫ਼ਜ਼ ਸੀ। ਹੁਣ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਦੇ ਬਾਰੇ ਆਪਾਂ ਗੱਲ ਕਰਨੇ ਆ। ਕਾਰਨ ਕੀ ਸਨ? ਕੋਈ ਇੱਕ ਦਿਨ ਦੇ ਵਿੱਚ, ਕੋਈ ਘੰਟਿਆਂ ਦੇ ਵਿੱਚ, ਦਿਨਾਂ ਦੇ ਵਿੱਚ ਇਹ ਫੈਸਲਾ ਤੈਅ ਨਹੀਂ ਕੀਤਾ ਗਿਆ ਕਿ ਇਹਨਾਂ ਨੂੰ ਖਤਮ ਕਰਨਾ ਹੈ, ਆਪਾਂ ਸ਼ਹੀਦ ਕਰਨਾ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਗੱਲ ਆਉਂਦੀ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪੰਡਿਤ ਹਰਦਿਆਲ ਦੀ ਬਾਂਹ ਫੜੀ, ਉਸੇ ਦਿਨੋਂ ਹੀ ਅਗਲੀਆਂ ਚਾਲਾਂ ਚੱਲਣੀਆਂ ਸ਼ੁਰੂ ਕਰਤੀਆਂ ਕਿ ਇਹਨਾਂ ਨੂੰ ਖਤਮ ਕਰਨਾ ਹੈ, ਆਪਾਂ ਛੱਡਣਾ ਨਹੀਂ। ਜੇ ਇਹ ਕੌਮ ਜਿਉਂਦਾ ਰਹੇਗੀ ਅਤੇ ਇਹ ਦੁਨੀਆ ਦੇ ਉੱਪਰ ਰਾਜ ਕਰੇਗੀ। ਦੁਨੀਆ ਦੇ ਵਿੱਚੋਂ ਸਾਰਾ ਕੁਝ ਪਖੰਡਵਾਦ ਖਤਮ ਕਰਕੇ ਇੱਕ ਨਵੀਂ ਨੀਂਹ ਜਿਹੜੀ ਧਰੀ ਹੈ ਇਹਨਾਂ ਨੇ, ਇਹਨੂੰ ਬਹੁਤ ਸਿਖਰਾਂ ਦੇ ਤੱਕ ਲੈ ਜਾਏਗੀ। ਜੇ ਇਹਨੂੰ ਖਤਮ ਨਾ ਕੀਤਾ ਇਸ ਲਹਿਰ ਨੂੰ। ਉਹਨਾਂ ਨੇ ਬੜੇ ਹੱਥ ਕੰਢੇ ਵਰਤੇ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਬਾਅਦ ਗੁਰੂ ਅੰਗਦ ਸਾਹਿਬ ਜੀ ਦਾ ਇਤਿਹਾਸ ਹੁੰਦਾ, ਗੁਰੂ ਅਮਰਦਾਸ ਪਾਤਸ਼ਾਹ, ਗੁਰੂ ਰਾਮਦਾਸ ਪਾਤਸ਼ਾਹ। ਗੁਰੂ ਰਾਮਦਾਸ ਪਾਤਸ਼ਾਹ ਜਦੋਂ ਭਾਈ ਜੇਠੇ ਦੇ ਰੂਪ ਦੇ ਵਿੱਚ ਸਨ, ਅਕਬਰ ਦੇ ਦਰਬਾਰ ਦੇ ਵਿੱਚ ਗਏ, ਉੱਥੇ ਜਾ ਕੇ ਉਹਨਾਂ ਨੇ ਜ਼ਿਰਾ ਵੀ ਕੀਤੀ, ਉਹਦੇ ਵਿੱਚ ਜਿੱਤੇ ਵੀ, ਉੱਥੇ ਜਾ ਕੇ ਦਲੀਲਾਂ ਦੇ ਨਾਲ ਸਾਬਤ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਿੰਨੀ ਸਰਬ ਉੱਚੇ, ਕਿਸੇ ਦੇ ਖਿਲਾਫ ਨਹੀਂ ਹੈ। ਹਾਂ, ਇਹ ਕੂੜ ਦੇ ਖਿਲਾਫ ਹੈ, ਪਖੰਡਵਾਦ ਦੇ ਖਿਲਾਫ ਹੈ ਬਾਣੀ, ਪਰੰਤੂ ਕਿਸੇ ਇੱਕ ਫਿਰਕੇ ਦੇ ਖਿਲਾਫ, ਖਾਸ ਮਨੁੱਖ ਦੇ ਖਿਲਾਫ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ। ਇਹ ਗੱਲ ਦਰਸਾਈ ਉੱਥੇ ਜਾ ਕੇ ਭਾਈ ਜੇਠੇ ਦੇ ਰੂਪ ਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ। ਅਤੇ ਇੱਦੋਂ ਅੱਗੇ ਆ ਜਾਓ ਜੀ।
ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਦੀ ਆਪਾਂ ਗੱਲ ਕਰਨੀ ਹੈ, ਜਿਹੜੀ ਕਿ 1606 ਈਸਵੀ ਦੇ ਵਿੱਚ ਸ਼ਹਾਦਤ ਹੋਈ। ਜਿਹੜਾ ਇਹ ਵਾਕਿਆਤ ਵਰਤਿਆ, ਜਿਹਨੂੰ 1752 ਬਿਕਰਮੀ ਦੇ ਵਿੱਚ ਆਪਾਂ ਲੈ ਲਈਏ ਜਾਂ 1606 ਈਸਵੀ ਕਹਿ ਲਈਏ, ਇੱਥੇ ਜਿਹੜਾ ਇਹ ਵਾਕਿਆਤ ਵਰਤਿਆ, ਇਹਦੇ ਪਿੱਛੇ ਕਾਰਨ ਕੀ ਸੀ? ਹੁਣ ਇੱਥੇ ਇੱਕ ਸਾਖੀ ਜੋੜੀ ਜਾਂਦੀ ਹੈ, ਬੜਾ ਵੱਡਾ ਵਧਾ ਚੜਾ ਕੇ ਉਸ ਸਾਖੀ ਨੂੰ ਪੇਸ਼ ਕੀਤਾ ਜਾਂਦਾ ਕਿ ਚੰਦੂ ਦੀ ਧੀ ਦਾ ਰਿਸ਼ਤਾ ਗੁਰੂ ਦਰਬਾਰ ਦੇ ਵਿੱਚ ਆਇਆ। ਹੁਣ ਜਦੋਂ ਚੰਦੂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਮੇਰੀ ਧੀ ਦਾ ਰਿਸ਼ਤਾ ਗੁਰੂ ਦਰਬਾਰ ਦੇ ਵਿੱਚ ਫਕੀਰਾਂ ਦੇ ਨਾਲ ਤੈਅ ਕਰਤਾ, ਤੇ ਉੱਥੇ ਉਹਨੇ ਲਫ਼ਜ਼ ਵਰਤਿਆ ਕਿ ਮੋਰੀ ਦੀ ਇੱਟ ਚੁਬਾਰੇ ਨੂੰ ਲਾ ਦਿੱਤੀ ਜਾਣ ਲੱਗੀ ਹੈ। ਭਾਵ ਕਿ ਕਿੱਥੇ ਮੈਂ ਮੇਰਾ ਸਰਕਾਰੀ ਦਰਬਾਰੇ ਏਡਾ ਅਸਰ ਸੁੱਖ, ਕਿੱਥੇ ਗੁਰੂ ਘਰ ਦੇ ਫਕੀਰ ਬੰਦੇ, ਕਿੱਥੇ ਗੁਰੂ ਸਾਹਿਬਾਨ ਫਕੀਰ ਨਿਮਾਣੇ ਜੇ ਬੰਦੇ, ਉਹਨਾਂ ਨਾਲ ਉਹ ਤਾਂ ਬੜੇ ਨੀਵੇਂ ਦਰਜੇ ਦੇ ਨੇ, ਮੈਂ ਬੜਾ ਉੱਚਾ। ਇਹ ਗੱਲ ਸੁਣਾਈ ਗਈ ਤੇ ਫਿਰ ਇਹ ਗੱਲ ਕਹੀ ਗਈ ਕਿ ਗੁਰੂ ਅਰਜਨ ਸਾਹਿਬ ਨੂੰ ਜਦੋਂ ਪਤਾ ਲੱਗਾ, ਉਹਨਾਂ ਨੇ ਰਿਸ਼ਤਾ ਤੋੜ ਦਿੱਤਾ। ਤੇ ਚੰਦੂ ਨੇ ਇਸ ਤੈਸ਼ ਦੇ ਵਿੱਚ ਆਏ ਨੇ ਕਿ ਮੇਰੀ ਇਹਨੇ ਤੋਹੀਨ ਕੀਤੀ ਹੈ, ਮੇਰੀ ਧੀ ਦਾ ਰਿਸ਼ਤਾ ਗਿਆ ਸੀ ਜਿਹੜਾ ਤੋੜ ਕੇ, ਮੈਂ ਇੱਕ ਧੀ ਦਾ ਬਾਪ ਆ, ਮੇਰੀ ਬੜੀ ਵੱਡੀ ਤੋਹੀਨ ਕੀਤੀ ਗਈ ਹੈ ਤੇ ਮੈਂ ਗੁਰੂ ਅਰਜਨ ਸਾਹਿਬ ਨੂੰ ਛੱਡਣਾ ਨਹੀਂ ਹੈ। ਇਸ ਨਿੱਜੀ ਖਾਰ ਦੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਖਤਮ ਕੀਤਾ, ਸ਼ਹੀਦ ਕੀਤਾ। ਇਹ ਸਾਖੀ ਅੱਜ ਤੱਕ ਸੁਣਾਈ ਜਾਂਦੀ ਰਹੀ, ਵੱਡੇ ਵੱਡੇ ਪ੍ਰਚਾਰਕ ਅਖਵਾਉਣ ਵਾਲੇ ਵੀ ਸੁਣਾਉਂਦੇ ਰਹੇ। ਪਰੰਤੂ ਜਦੋਂ ਇਤਿਹਾਸ ਪੜ੍ਹੀਏ ਜੀ, ਜਦੋਂ ਇਹਨਾਂ ਦੇ ਰਿਕਾਰਡ ਪੜ੍ਹੀਏ, ਸਰਕਾਰੀ ਰਿਕਾਰਡ, ਅਸਲ ਦੇ ਵਿੱਚ ਫਾਰਸੀ ਦੇ ਜਿੰਨੇ ਵੀ ਰਿਕਾਰਡ ਨੇ ਸਾਰੇ, ਜਿੱਥੋਂ ਤੱਕ ਮੇਰੇ ਤੋਂ ਪਰਖ ਪੜਤਾਲ ਹੋਈ ਹੈ, ਕਿਤੇ ਵੀ ਚੰਦੂ ਨਾਂ ਦੇ ਸ਼ਾਸਕ ਦਾ ਨਾਂ ਲਾਹੌਰ ਦਰਬਾਰ ਦੇ ਵਿੱਚ ਮਿਲਦਾ ਨਹੀਂ ਕਿ ਚੰਦੂ ਨਾਂ ਦਾ ਕੋਈ ਵੱਡੇ ਅਹੁਦੇ ਦੇ ਉੱਪਰ ਬੈਠਾ ਕੋਈ ਅਹੁਦੇਦਾਰ ਹੋਏ। ਕੋਈ ਚੰਦੂ ਨਾਂ ਦੇ ਵਿਅਕਤੀ ਦਾ ਇਤਿਹਾਸ ਦੇ ਵਿੱਚ ਜ਼ਿਕਰ ਮਿਲਦੇ ਨਹੀਂ। ਜਦੋਂ ਉਹਨਾਂ ਦਾ ਇਤਿਹਾਸ ਪੜ੍ਹੀਏ, ਇਹ ਤੇ ਬਾਅਦ ਦੇ ਵਿੱਚ ਸਰਕਾਰ ਨੇ ਖੁਦ ਚੰਦੂ ਵਰਗੇ ਪਾਤਰ ਘੜ ਕੇ ਵਿੱਚ ਪਾਏ, ਐਵੇਂ ਦੀਆਂ ਸਾਖੀਆਂ ਜੋੜੀਆਂ ਤਾਂ ਜੋ ਸਰਕਾਰ ਦੇ ਉੱਪਰ ਜਿਹੜਾ ਲੱਗਿਆ ਹੋਇਆ ਬਲੇਮ ਸੀ, ਜਿਹੜਾ ਅਪਰਾਧ ਕੀਤਾ ਸੀ, ਧਰੋਹ ਕੀਤਾ ਸੀ ਸਰਕਾਰ ਨੇ, ਉਹਨੂੰ ਆਪਣੇ ਮੱਥੇ ਤੋਂ ਲਾਹ ਕੇ ਉਸ ਕਲੰਕ ਨੂੰ ਚੰਦੂ ਵਰਗੇ ਇਤਿਹਾਸਕ ਪਾਤਰਾਂ ਦੇ ਨਾਲ ਜੋੜਿਆ ਜਾਏ। ਠੀਕ ਹੈ, ਹੋ ਸਕਦਾ ਕੋਈ ਛੋਟਾ ਮੋਟਾ ਦਰਬਾਰ ਦੇ ਵਿੱਚ ਕੋਈ ਐਲਕਾਰ ਹੋਏ ਵੀ, ਇਹ ਨਹੀਂ ਕਿ ਹੋਏਗਾ ਨਹੀਂ, ਹੋਏਗਾ ਕੋਈ ਛੋਟਾ ਮੋਟਾ, ਪਰ ਜਿੱਡਾ ਵੱਡਾ ਉਹਨੂੰ ਬਣਾ ਕੇ ਪੇਸ਼ ਕੀਤਾ ਜਾਂਦਾ ਉਹ ਮਿਥਿਹਾਸ ਹੈ ਜੀ, ਉਹ ਇਤਿਹਾਸਕ ਪਾਤਰ ਨਹੀਂ ਬਣਦਾ ਉਸ ਤਰੀਕੇ ਦੇ ਨਾਲ। ਹਾਂ, ਛੋਟਾ ਮੋਟਾ ਦਰਬਾਰ ਦੇ ਵਿੱਚ ਉਹਦਾ ਰੁਤਬਾ ਹੋਣਾ ਉਹ ਕੋਈ ਵੱਡੀ ਗੱਲ ਹੀ ਹੋਏਗਾ। ਆਮ ਛੋਟਾ ਮੋਟਾ ਕੋਈ ਚਾਹ ਪਾਣੀ ਪਿਆਉਣ ਵਾਲਾ ਆਪਾਂ ਕਹਿ ਲਈਏ, ਕੋਈ ਮਾੜਾ ਮੋਟਾ ਹੋਏਗਾ ਉਹਦਾ ਰੁਤਬਾ, ਕੋਈ ਬਾਹਲਾ ਵੱਡਾ ਨਹੀਂ ਕਿ ਉਹ ਚਾਹੇ ਤੇ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਵਾ ਸਕੇ, ਨਹੀਂ। ਅਸਲ ਦੇ ਵਿੱਚ ਇਹਦੇ ਕਾਰਨ ਸਨ ਬਹੁਤ। ਸਭ ਤੋਂ ਵੱਡਾ ਤੇ ਪਹਿਲਾ ਮੁੱਖ ਕਾਰਨ ਸੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਦਾ। ਉਹ ਕਾਰਨ ਸੀ ਜੀ 1 ਸਤੰਬਰ 1604 ਈਸਵੀ ਨੂੰ ਜਿਹੜੀ ਸੰਪਾਦਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹੋਈ, ਇਹ ਸਭ ਤੋਂ ਵੱਡਾ ਕਾਰਨ ਸੀ ਉਹਨਾਂ ਦੀ ਸ਼ਹਾਦਤ ਦਾ। ਕਿਉਂ? ਉਹਦੇ ਵਿੱਚ ਜਿਹੜੇ ਸ਼ਬਦ ਸਨ, ਜਿਹੜੀ ਬਾਣੀ ਸੀ, ਉਹ ਹਕੂਮਤ ਨੂੰ ਲੱਗਦਾ ਸੀ ਜੇ ਇਸੇ ਤਰੀਕੇ ਦੇ ਨਾਲ ਦਰਜ ਰਹੀ, ਐਵੇਂ ਤਰੀਕੇ ਦੇ ਨਾਲ ਜਿਵੇਂ ਇਹਨਾਂ ਨੇ ਵਿਉਂਤਬੰਦੀ ਕੀਤੀ ਹੈ, ਇਸੇ ਤਰੀਕੇ ਦੇ ਨਾਲ ਗ੍ਰੰਥ ਦੇ ਵਿੱਚ ਰਹੀ, ਤੇ ਸਰਕਾਰਾਂ ਦੇ ਖਿਲਾਫ ਬੜੀ ਵੱਡੀ ਲੋਕਾਂ ਦੀ ਇੱਕ ਆਵਾਜ਼ ਬਣੇਗੀ। ਸਾਡੇ ਕੂੜ ਦੇ ਪਲੰਦੇ ਜਿਹੜੇ ਅਸੀਂ ਵੱਡੇ ਵੱਡੇ ਉਸਾਰੇ ਨੇ, ਸਾਰੇ ਢੱਠ ਜਾਣਗੇ ਜੇ ਸਹੀ ਗੱਲ ਲੋਕਾਂ ਨੂੰ ਸੌਖੇ ਤਰੀਕੇ ਦੇ ਨਾਲ ਧਰਮ ਦੀ ਸਮਝ ਲੱਗ ਗਈ। ਜੇ ਇਸ ਤਰੀਕੇ ਦੇ ਨਾਲ ਧਰਮ ਦੀ ਸਮਝ ਲੋਕਾਂ ਨੂੰ ਆ ਗਈ ਤੇ ਸਾਡੇ ਵੱਡੇ ਵੱਡੇ ਕੂੜ ਦੇ ਪਲੰਦੇ ਢਹਿ ਢੇਰੀ ਹੋ ਜਾਣਗੇ, ਨਾ ਇਸ ਤੋਂ ਨਬੂਦ ਹੋ ਜਾਣਗੇ, ਖਤਮ ਹੋ ਜਾਏਗੀ ਸਾਡੀ ਹਕੂਮਤ ਜੇ ਗ੍ਰੰਥ ਰਿਹਾ। ਤੇ ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਇਸ ਗ੍ਰੰਥ ਦੇ ਵਿੱਚ ਜਿਹੜੇ ਸ਼ਬਦ ਨੇ, ਜਿਹੜੇ ਕਿਸੇ ਦੇ ਧਰਮ ਦੇ ਖਿਲਾਫ, ਬਾਹਮਣਵਾਦ ਦੇ ਖਿਲਾਫ ਚੋਟ ਕਰਦੇ ਨੇ, ਜਿਹੜੇ ਅਖੌਤੀ ਧਾਰਮਿਕ ਫਿਰਕਿਆਂ ਦੇ ਖਿਲਾਫ ਚੋਟ ਕਰਦੇ ਨੇ, ਉਹਨਾਂ ਨੂੰ ਵਿੱਚੋਂ ਕੱਢਿਆ ਜਾਏ। ਕਾਜ਼ੀ ਹੋਏ ਰਿਸ਼ਵਤੀ, ਐਵੇਂ ਦੀਆਂ ਗੱਲਾਂ ਅਗਲੇ ਨੂੰ ਪਸੰਦ ਥੋੜ੍ਹੀਆਂ ਹੁੰਦੀਆਂ ਸਨ। ਕਿਤੇ ਬ੍ਰਾਹਮਣਵਾਦ ਦੇ ਖਿਲਾਫ ਕਿਤੇ ਗੱਲ ਕੀਤੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਅਵਤਾਰਵਾਦ ਦੇ ਖਿਲਾਫ ਗੱਲ ਕੀਤੀ। ਭਗਤ ਕਬੀਰ ਸਾਹਿਬ ਦੀ ਬਾਣੀ ਸੀ ਜਿਹੜੀ ਅਗਲਿਆਂ ਨੂੰ ਚੰਗੀ ਥੋੜ੍ਹਾ ਲੱਗਣੀ ਸੀ। ਉਹਨਾਂ ਨੇ ਕਿਹਾ ਖਤਮ ਕਰੋ ਇਸ ਬਾਣੀ ਨੂੰ, ਇੱਥੋਂ ਜਿੱਥੇ ਵੀ ਬਾਣੀ ਦਰਜੇ ਇਸ ਗ੍ਰੰਥ ਦੇ ਵਿੱਚੋਂ ਖਤਮ ਹੋਣੀ ਚਾਹੀਦੀ ਹੈ। ਨਹੀਂ ਮੰਨੇ ਜੀ ਗੁਰੂ ਅਰਜਨ ਸਾਹਿਬ ਮਹਾਰਾਜ ਨਹੀਂ ਸਮਝੌਤਾ ਕੀਤਾ। ਇਹ ਬਾਣੀ ਹੈ ਜਿਹੜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਲੈ ਕੇ ਹੁਣ ਤੱਕ ਨਰੋਲ ਬਾਣੀ ਹੈ, ਸੱਚੀ ਸੁੱਚੀ ਬਾਣੀ ਹੈ, ਧੁਰਕੀ ਬਾਣੀ ਹੈ। ਧੁਰਕੀ ਬਾਣੀ ਦਾ ਅਰਥ ਹੈ ਜਿਹੜੀ ਗੱਲ ਅਸਲ ਦੇ ਵਿੱਚ ਬੰਦੇ ਦੇ ਅੰਦਰੋਂ ਫੁੱਟਦੀ ਹੈ। ਕੋਈ ਅਸੀਂ ਇਹ ਕਿਸੇ ਦੀ ਸੁਣ ਸੁਣਾ ਕੇ ਗੱਲ ਨਹੀਂ ਲਿਖੀ, ਜੋ ਸਾਨੂੰ ਮਹਿਸੂਸ ਹੋਇਆ ਦੁਨੀਆ ਦੇ ਵਿੱਚ, ਜੋ ਸਾਡੇ ਧੁਰ ਨੇ ਗੱਲ ਕਹੀ, ਸਾਡੇ ਦਿਲ ਨੇ ਗੱਲ ਕਹੀ, ਮਹਿਸੂਸ ਕੀਤਾ ਅਸੀਂ ਵਿਵੇਕ ਦੇ ਨਾਲ, ਉਹ ਕੁਝ ਇਹਦੇ ਵਿੱਚ ਦਰਜ ਕੀਤਾ। ਇਹ ਕੋਈ ਅਸੀਂ ਬਾਹਰੋਂ ਲਿਆ ਕੇ ਕਿਸੇ ਦੀ ਸਲਾਹ ਦੇ ਨਾਲ ਬਾਣੀ ਵਿੱਚ ਦਰਜ ਨਹੀਂ ਕੀਤੀ। ਇਹ ਬਾਣੀ ਐਵੇਂ ਰਹੇਗੀ, ਸਿੱਖ ਧਰਮ ਨੂੰ ਇਸੇ ਤਰੀਕੇ ਦੇ ਨਾਲ ਇਹ ਬਾਣੀ ਅਗਵਾਈ ਦਿੰਦੀ ਰਹੇਗੀ। ਜਦੋਂ ਗੁਰੂ ਅਰਜਨ ਸਾਹਿਬ ਨਹੀਂ ਮੰਨੇ ਤੇ ਗੁੱਸਾ ਤੇ ਬੜਾ ਸੀ ਜੀ ਉਹਨਾਂ ਨੂੰ।
ਕਿਉਂਕਿ ਤੁਜ਼ਕੇ ਜਹਾਂਗੀਰੀ ਦੇ ਵਿੱਚ ਜਹਾਂਗੀਰ ਬਾਦਸ਼ਾਹ ਲਿਖਦਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਕਿ ਇਸ ਝੂਠ ਦੀ ਦੁਕਾਨ ਨੂੰ ਚਲਾਉਣ ਵਾਲੇ ਨੂੰ ਖਤਮ ਕਰਨ ਦੀ ਤਮੰਨਾ ਮੇਰੇ ਦਿਲ ਦੇ ਵਿੱਚ ਬੜੀ ਪੁਰਾਣੀ ਸੀ। ਬੜੇ ਚਿਰ ਤੋਂ ਮੈਂ ਚਾਹੁੰਦਾ ਸੀ ਇਹਨੂੰ ਖਤਮ ਕੀਤਾ ਜਾਏ, ਮੌਕਾ ਹੀ ਕੋਈ ਨਹੀਂ ਸੀ ਲੱਗਦਾ। ਆ ਤੇ ਹੁਣ ਮੌਕਾ ਬਣਿਆ, ਇੱਥੇ ਇਲਜ਼ਾਮ ਲਾ ਕੇ ਝੂਠੇ ਖਤਮ ਕੀਤਾ ਇਹਨੂੰ, ਨਹੀਂ ਤੇ ਕਿੱਥੇ ਅਸੀਂ ਖਤਮ ਕਰ ਸਕਦੇ ਸਾਂ ਇਹਨੂੰ। ਤੇ ਇਲਜ਼ਾਮ ਕੀ ਲਾਇਆ ਗਿਆ ਭਲਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਉੱਪਰ? ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਉੱਪਰ ਇਹ ਇਲਜ਼ਾਮ ਲਾਇਆ ਗਿਆ ਕਿ ਜਿਹੜਾ ਖੁਸਰੋ ਹੈ ਬਾਦਸ਼ਾਹ ਜਹਾਂਗੀਰ ਦਾ ਪੁੱਤਰ, ਉਹਨੇ ਦਿੱਲੀ ਦਰਬਾਰ ਦੇ ਵਿੱਚ ਬਗਾਵਤ ਕੀਤੀ ਜਹਾਂਗੀਰ ਦੇ ਖਿਲਾਫ, ਤੇ ਖੁਸਰੋ ਗੋਇੰਦਵਾਲ ਦੇ ਪਤਨ ਤੋਂ ਲੰਘ ਕੇ ਗਿਆ ਗਾ ਲਾਹੌਰ ਵੱਲ, ਤੇ ਉਹਦਾ ਸਾਥ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਦਿੱਤਾ। ਪਰ ਜਿਹੜੀ ਅਸਲ ਗੱਲ ਹੈ ਜੀ, ਉਸ ਸਮੇਂ ਗੋਇੰਦਵਾਲ ਦੇ ਵਿੱਚ ਜਦੋਂ ਖੁਸਰੋ ਲੰਘ ਕੇ ਗਿਆ ਇੱਥੋਂ ਦੇ ਪਤਨ ਤੋਂ, ਗੋਇੰਦਵਾਲ ਦੇ ਕੋਲੋਂ ਬਿਆਸ ਦੇ ਪਤਨ ਤੋਂ ਲੰਘ ਕੇ ਗਿਆ ਖੁਸਰੋ ਬਾਦਸ਼ਾਹ ਦਾ ਪੁੱਤਰ, ਉਸ ਸਮੇਂ ਗੁਰੂ ਅਰਜਨ ਸਾਹਿਬ ਮਹਾਰਾਜ ਉੱਥੇ ਗੋਇੰਦਵਾਲ ਦੇ ਵਿੱਚ ਮੌਜੂਦ ਹੀ ਨਹੀਂ ਸਨ। ਤੇ ਉੱਥੇ ਇੱਕ ਹੋਰ ਗੱਲ ਲਿਖੀ ਮਿਲਦੀ ਹੈ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਆਪਣੇ ਹੱਥਾਂ ਦੇ ਨਾਲ ਤਿਲਕ ਲਾਇਆ, ਉਹਨੂੰ ਨਾਰੀਅਲ ਦਿੱਤਾ, ਇਹ ਗੱਲਾਂ ਲਿਖੀਆਂ ਨੇ। ਤੇ ਉਹ ਬਾਦਸ਼ਾਹ ਨੂੰ ਵੀ ਪਤਾ ਸੀ ਵੀ ਨਾਰੀਅਲ ਤਿਲਕ ਲਾਉਣੇ ਇਹ ਗੱਲਾਂ ਤੇ ਇਹਨਾਂ ਦੇ ਧਰਮ ਦੇ ਵਿੱਚ ਵਰਜਿਤ ਨੇ। ਹੁਣ ਜਿਹੜੇ ਉੱਥੇ ਕਾਜੀ ਬੈਠੇ ਸਨ, ਬ੍ਰਾਹਮਣ ਬੈਠੇ ਸਨ ਉਹਦੇ ਦਰਬਾਰ ਦੇ ਵਿੱਚ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਿਆ ਹੀ ਹੋਣਾ, ਤਾਂ ਕਰਕੇ ਉਹਨਾਂ ਨੂੰ ਲੱਗਿਆ ਵੀ ਆਹ ਗੱਲਾਂ ਜਿਹੜੀਆਂ ਚੋਟ ਕਰਦੀਆਂ ਸਾਡੇ ਧਰਮ ਦੇ ਉੱਪਰ, ਇਹ ਗੱਲਾਂ ਨਿਕਲਣੀਆਂ ਚਾਹੀਦੀਆਂ ਗ੍ਰੰਥ ਦੇ ਵਿੱਚੋਂ, ਕਿ ਉਹਨਾਂ ਨੂੰ ਪਤਾ ਨਾ ਹੋਏਗਾ ਕਿ ਨਾਰੀਅਲ ਤਿਲਕ ਜਿਹੜੇ ਮੱਥੇ ਦੇ ਉੱਪਰ ਲਾਏ ਜਾਂਦੇ ਨੇ ਇਹ ਤੇ ਇਹਨਾਂ ਦੇ ਧਰਮ ਦੇ ਵਿੱਚ ਅੱਗੇ ਵੀ ਵਰਜਿਤ ਨੇ, ਇਹਨਾਂ ਦੀ ਬਾਣੀ ਡੱਕਦੀ ਹੈ, ਗੁਰੂ ਸਾਹਿਬਾਨ ਡੱਕਦੇ ਨੇ। ਪਰੰਤੂ ਨਹੀਂ, ਉਹਨੇ ਇੱਕ ਬਹਾਨਾ ਲੱਭਣਾ ਸੀ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਖਤਮ ਕੀਤਾ ਜਾਏ। ਉਹ 'ਤੇ ਇਲਜ਼ਾਮ ਲਾਏ ਗਏ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਉੱਪਰ। ਇਸ ਲਈ ਸਰਕਾਰ ਦੇ ਬਾਗੀਆਂ ਦੀ ਮਦਦ ਕਰਨ ਦੇ ਦੋਸ਼ ਦੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ। ਅਤੇ ਉੱਥੇ ਫਿਰ ਮੁਰਤਜ਼ਾ ਖਾਨ ਨਾਂ ਦੇ ਵਿਅਕਤੀ ਨੇ, ਜਿਹੜਾ ਸ਼ੇਖ ਫਰੀਦ ਬੁਖਾਰੀ ਸੀ, ਇਹਦੇ ਬਾਰੇ ਵੀ ਆਪਾਂ ਦੱਸਾਂਗੇ ਕੌਣ ਸੀ। ਸ਼ੇਖ ਫਰੀਦ ਬੁਖਾਰੀ ਜਿਹਦਾ ਨਾਮ ਮੁਰਤਜ਼ਾ ਖਾਨ ਰੱਖਿਆ ਗਿਆ, ਉਹ ਗ੍ਰਿਫਤਾਰ ਕਰਕੇ ਲਾਹੌਰ ਲੈ ਕੇ ਗਿਆ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ। ਉੱਥੇ ਲਾਹੌਰ ਉਹਨਾਂ ਨੂੰ ਤਸੀਹੇ ਦਿੱਤੇ ਗਏ, 5-6 ਦਿਨ ਉਹਨਾਂ ਨੂੰ ਉਸ ਜਗ੍ਹਾ ਦੇ ਉੱਪਰ ਲਾਹੌਰ ਰੱਖਿਆ ਗਿਆ ਜਿਹਨੂੰ ਚੰਦੂ ਦੀ ਹਵੇਲੀ ਕਿਹਾ ਜਾਂਦਾ। ਫਿਰ ਮੈਂ ਦੱਸ ਦਿਆਂ, ਬਹੁਤਾ ਵੱਡਾ ਕੋਈ ਐਲਘਰ ਨਹੀਂ ਸੀ ਚੰਦੂ, ਇੱਕ ਨਿੱਕਾ ਜਿਹਾ ਉੱਥੋਂ ਦਾ ਕੋਈ ਹੋਏਗਾ ਆਮ ਇਨਸਾਨ ਰਹਿਣ ਵਾਲਾ, ਉਹਦੀ ਹਵੇਲੀ ਦੇ ਵਿੱਚ ਰੱਖਿਆ ਗਿਆ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ। ਉੱਥੇ ਕਿਉਂ ਰੱਖਿਆ ਗਿਆ? ਸਰਕਾਰੀ ਜੇਲ੍ਹ ਦੇ ਵਿੱਚ ਕਿਉਂ ਨਹੀਂ ਰੱਖਿਆ ਗਿਆ? ਕਿਉਂਕਿ ਉਹਨਾਂ ਨੂੰ ਪਤਾ ਸੀ ਜੇ ਲੋਕਾਂ ਨੂੰ ਪਤਾ ਲੱਗ ਗਿਆ ਬਹੁਤੀ ਖਬਰ ਖਿਲਰੀ, ਜਿਹੜਾ ਹਾਲ ਅਸੀਂ ਕਰ ਰਹੇ ਹਾਂ ਗੁਰੂ ਸਾਹਿਬਾਨ ਦੇ ਸਰੀਰ ਨਾਲ, ਜੇ ਲੋਕਾਂ ਨੂੰ ਪਤਾ ਲੱਗ ਗਿਆ ਕੋਹਰਾਮ ਮੱਚ ਜਾਏਗਾ, ਲੋਕਾਂ ਦੇ ਖੂਨ ਉਬਾਲੇ ਖਾ ਜਾਣਗੇ। ਕਿਉਂਕਿ ਜਿਹੜੇ ਗੁਰੂ ਨੇ ਲੋਕਾਂ ਨੂੰ ਜੀਵਨ ਜਿਉਣ ਦੀ ਜਾਚ ਸਿਖਾਈ ਹੈ, ਜੇ ਲੋਕਾਂ ਦੇ ਸਾਹਮਣੇ ਐਵੇਂ ਦੇ ਤਸੀਹੇ ਉਹਨਾਂ ਦੇ ਗੁਰੂ ਨੂੰ ਦਿੱਤੇ ਗਏ ਤਾਂ ਲੋਕੀ ਕਦੇ ਵੀ ਬਰਦਾਸ਼ਤ ਇਹ ਗੱਲਾਂ ਨਹੀਂ ਕਰਨਗੇ। ਉਹਨਾਂ ਨੇ 6 ਦਿਨ ਤਸੀਹੇ ਦਿੱਤੇ। ਇਹ ਵੀ ਗੱਲ ਲਿਖੀ ਮਿਲਦੀ ਹੈ ਇਤਿਹਾਸਕ ਸਰੋਤਾਂ ਦੇ ਵਿੱਚ ਕਿ ਉਸ ਰਾਵੀ ਦਰਿਆ ਦੇ ਕੰਢੇ ਦੇ ਉੱਪਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਤਪਦੀ ਰੇਤ ਉਸ ਦਰਿਆ ਦੇ ਉੱਪਰ ਸੀ ਜਿਹੜੀ, ਉੱਥੇ ਲਟਾਇਆ ਗਿਆ ਭੁੱਖੇ ਪਾਣੇ ਸਰੀਰ ਨੂੰ, ਉਹਨਾਂ ਦੇ ਪੱਥਰ ਮਾਰੇ ਗਏ। ਇਹ ਵੀ ਇਤਿਹਾਸ ਦੇ ਵਿੱਚ ਗੱਲਾਂ ਦਰਜ ਨੇ। ਫਿਰ ਉਹਨਾਂ ਨੂੰ ਤੱਤੀ ਤਵੀ ਦੇ ਉੱਪਰ ਬਿਠਾ ਕੇ ਸੀਸ ਦੇ ਵਿੱਚ ਤਤਾ ਰੇਤਾ ਪਾ ਕੇ ਸਰੀਰ ਨੂੰ ਪਾਣੀ ਦੇ ਵਿੱਚ ਉਬਾਲਿਆ ਗਿਆ। ਉਹਨਾਂ ਦਾ ਕਿਵੇਂ ਦਾ ਸਰੀਰ ਹੋਏਗਾ ਜੀ, ਆਲੂ ਵਾਂਗੂ ਜਿਵੇਂ ਉਬਲ ਜਾਂਦਾ ਹੈ। ਉਹਨਾਂ ਦੇ ਸਰੀਰ ਦੀ ਸਾਰੀ ਚਰਬੀ ਢਲ ਗਈ, ਉਹਨਾਂ ਦਾ ਸਰੀਰ ਇੱਕ ਉਬਲੇ ਹੋਏ ਆਲੂ ਦੇ ਵਾਂਗ ਕਰਕੇ ਉਹਨਾਂ ਨੇ ਰਾਤੋਂ ਰਾਤ ਸਪੁਰਦ ਕਰ ਦਿੱਤਾ ਰਾਵੀ ਦਰਿਆ ਦੇ ਪਾਣੀ ਦੇ। ਕਿਉਂਕਿ ਲੋਕਾਂ ਨੂੰ ਪਤਾ ਨਾ ਲੱਗ ਜਾਏ ਜਿਵੇਂ ਦੀ ਹਾਲਤ ਅਸੀਂ ਸਰੀਰ ਦੀ ਕੀਤੀ ਹੈ। ਜੇ ਪਤਾ ਲੱਗ ਗਿਆ ਲੋਕਾਂ ਦੀ ਬਗਾਵਤ ਲਾਜ਼ਮੀ ਸੀ। ਉਹਨਾਂ ਨੇ ਸਰੀਰ ਵੀ ਨਹੀਂ ਦਿੱਤਾ। ਪਰੰਤੂ ਇੱਥੇ ਇੱਕ ਗੱਲ ਹੋਰ ਜੁੜੀ ਜਾਂਦੀ ਹੈ ਕਿ ਜੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਕਿਹਾ ਮੈਂ ਆਪ ਖੁਦ ਜਾਵਾਂਗਾ ਦਰਿਆ ਦੇ ਵਿੱਚ ਇਸ਼ਨਾਨ ਕਰਨ। ਉਹ ਗਏ ਅਤੇ ਵਾਪਸ ਆਏ ਨਹੀਂ, ਭਾਵ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਸ਼ਹੀਦ ਨਹੀਂ ਕੀਤਾ, ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਆਪਣੀ ਮੌਤ ਨੂੰ ਕਬੂਲਿਆ। ਇਹ ਸਾਖੀ ਦਾ ਮਤਲਬ ਇਹ ਨਿਕਲਦਾ ਜਿਹੜੀ ਗੁਰਮਤਿ ਦੇ ਆਸ਼ੇ ਤੋਂ ਬਿਲਕੁਲ ਉਲਟੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਤੁਰਨ ਜੋਗੇ ਵੀ ਨਹੀਂ ਸਨ। ਚੁੱਕ ਕੇ ਉਹਨਾਂ ਨੇ ਬੇਹੋਸ਼ ਹਾਲਤ ਦੇ ਵਿੱਚ ਦਰਿਆ ਦੇ ਸਪੁਰਦ ਕੀਤਾ, ਸਰੀਰ ਵੀ ਸਿੱਖਾਂ ਨੂੰ ਨਹੀਂ ਦਿੱਤਾ, ਜਿਹੜੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਦੀ ਅਸਲ ਘਟਨਾ ਸੀ। ਹੁਣ ਕਾਰਨ ਕੀ ਸਨ? ਕਾਰਨ ਤਾਂ ਇਹ ਸਨ ਨਾ ਕਿ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਜਿਹੜੀ ਕੀਤੀ, ਜੋ ਸ਼ਬਦ ਦਰਜ ਸਨ ਵਿੱਚ, ਉਹ ਅਗਲਿਆਂ ਨੂੰ ਚੰਗੇ ਨਹੀਂ ਸਨ ਲੱਗਦੇ। ਸਭ ਤੋਂ ਵੱਡਾ ਕਾਰਨ ਸੀ ਜਿਹੜਾ ਸਖੀ ਸਰਵਰੀਆਂ ਦਾ ਸਥਾਨ ਸੀ, ਸ਼ੇਖ ਫਤਾ ਪੱਖੋ ਕੇ ਰੋਡ ਦੇ ਉੱਪਰ ਅੱਜ ਕੱਲ੍ਹ ਪੈ ਜਾਂਦਾ ਜੀ, ਇੱਧਰ ਮਾਝੇ ਦੀ ਧਰਤੀ ਦੇ ਉੱਪਰ। ਉਹਦੇ ਨੇੜੇ 1590 ਈਸਵੀ ਦੇ ਵਿੱਚ ਤਰਨਤਾਰਨ ਸਾਹਿਬ ਬਣਾਇਆ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ। ਹੁਣ ਇੱਕ ਪਾਸੇ ਦੁਕਾਨ ਪਿਓਰ ਮਾਲ ਦੀ ਖੁੱਲ੍ਹੀ ਹੋਈ ਜੀ, ਇੱਕ ਮੈਂ ਉਦਾਹਰਨ ਵਰਤ ਰਿਹਾ, ਬਾਜ਼ਾਰ ਦੇ ਵਿੱਚ ਵਧੀਆ ਮਿਲਦਾ ਹੋਏ ਵੀ ਇੱਥੋਂ ਸਾਰਾ ਸੌਦਾ ਵਧੀਆ ਮਿਲਦਾ, ਸਾਰਾ ਇੱਕ ਨੰਬਰ ਦਾ ਕੰਮ ਹੈ।
ਹੁਣ ਦੂਜੇ ਪਾਸੇ ਕਬਾੜ ਦੀ ਦੁਕਾਨ ਹੋਏ, ਲੋਕ ਕਬਾੜ ਦੇ ਕੋਲ ਥੋੜ੍ਹਾ ਜਾਣਗੇ, ਲੋਕੀ ਤੇ ਉੱਥੇ ਜਾਣਗੇ ਜਿੱਥੇ ਵਧੀਆ 1 ਨੰਬਰ ਦਾ ਸੌਦਾ ਮਿਲਦਾ। ਹੁਣ ਲੋਕਾਂ ਨੂੰ ਖਰੀ ਸਿੱਧੀ ਗੱਲ ਦੱਸੀ ਕਿ ਭਾਈ ਆਹ ਧਰਮ ਦੇ ਆਗੂ ਜਿਹੜੇ ਬਣੇ ਖਲੋਤੇ ਨੇ, ਇਹਨਾਂ ਨੇ ਤੁਹਾਡਾ ਸਵਾਰਨਾ ਕੱਖ ਨਹੀਂ ਹੈ, ਤੇ ਤੁਹਾਨੂੰ ਆਪਣੇ ਮਗਰ ਲਾ ਕੇ ਅੱਧਾ ਕੋਈ ਹਿੰਦੂ ਅੱਧਾ ਕੋਈ ਮੁਸਲਮਾਨ ਇੱਥੇ ਖੀਰਾਂ ਚਾੜ੍ਹੀ ਜਾਓ ਤੁਸੀਂ, ਤੇ ਸਾਰਾ ਕੁਝ ਤੁਹਾਡਾ ਇੱਥੇ ਇਹ ਸਵਾਰੀ ਹੋਣਗੇ। ਇਹ ਤੇ ਸਾਰੇ ਗਪੋੜ ਮਾਰਦੇ ਨੇ ਇੱਥੇ, ਇਹ ਤੇ ਸਾਰੇ ਝੂਠ ਦੀਆਂ ਦੁਕਾਨਾਂ ਖੋਲ ਕੇ ਖਲੋਤੇ ਨੇ ਇੱਥੇ। ਇਹਨਾਂ ਦੇ ਨਾਲ ਤੁਸੀਂ ਨਹੀਂ ਜੁੜਨਾ। ਇੱਧਰ ਆਹ ਵੇਖੋ, ਇੱਧਰ ਗੁਰੂ ਗ੍ਰੰਥ ਸਾਹਿਬ ਦੀ ਨਿਰੋਲ ਵਿਚਾਰ, ਇਹਦੇ ਨਾਲ ਤੁਹਾਨੂੰ ਜੋੜਦੇ ਆ। ਸਿੱਧੀ ਬਾਣੀ ਰੱਬ ਦੇ ਨਾਲ ਜੋੜਨ ਵਾਲੀ, ਰੱਬ ਦੇ ਨਿਯਮ ਸਮਝਾਉਣ ਵਾਲੀ ਬਾਣੀ, ਇਹਦੇ ਨਾਲ ਜੁੜੋ ਤੁਸੀਂ। ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਪ੍ਰਚਾਰ ਕੀਤਾ, ਛੇਕ ਫਤਿਹ ਦੀਆਂ ਭੀੜਾਂ ਘਟਣ ਲੱਗ ਪਈਆਂ, ਤੇ ਤਰਨ ਤਾਰਨ ਸਾਹਿਬ ਉੱਥੇ ਸੰਗਤ ਦਾ ਇਕੱਠ ਵਧਣ ਲੱਗ ਪਿਆ, ਤੇ ਅਗਲਿਆਂ ਨੂੰ ਖਤਰਾ ਸੀ ਸਖੀ ਸਰਵਰੀਆਂ ਨੂੰ ਵੀ। ਉਹ ਸਖੀ ਸਰਵਰੀਏ ਸਨ ਛੇਕ ਫਤਿਹ ਤੇ ਜਾਣ ਵਾਲੇ। ਹੁਣ ਜਿਹੜਾ ਸਖੀ ਸਰਵਰੀਆਂ ਕੋਲ ਹਿੰਦੂ ਜਾਂਦਾ ਸੀ, ਉਹ ਅੱਧਾ ਹਿੰਦੂ ਰਹਿੰਦਾ ਸੀ, ਉਹਨੂੰ ਅੱਧਾ ਕੁ ਮੁਸਲਮਾਨ ਬਣਾ ਲੈਂਦੇ ਸਨ। ਬਾਅਦ ਦੇ ਵਿੱਚ ਹੌਲੀ ਹੌਲੀ ਕਰਕੇ ਉਹਨੂੰ ਮੁਸਲਮਾਨਾਂ ਦੇ ਵਿੱਚ ਤਬਦੀਲ ਕੀਤਾ ਜਾਂਦਾ ਸੀ। ਇਹ ਸਖੀ ਸਰਵਰੀਆਂ ਦਾ ਕੰਮ ਸੀ। ਤੇ ਉੱਥੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਪ੍ਰਚਾਰ ਦੇ ਨਾਲ ਸਖੀ ਸਰਵਰੀਆਂ ਦਾ ਉੱਥੇ ਇਕੱਠ ਘਟ ਗਿਆ। ਤਰਨ ਤਾਰਨ ਸਾਹਿਬ ਸੰਗਤਾਂ ਵਧਣ ਲੱਗ ਪਈਆਂ, ਤੇ ਉਹਨਾਂ ਨੂੰ ਤਰੇਲੀਆਂ ਆਉਣ ਲੱਗ ਪਈਆਂ ਵੀ ਇੰਨੀ ਸੰਗਤ ਹੁੰਦੀ ਸੀ, ਸਾਡੇ ਇੱਥੇ ਇੰਨਾ ਹਜੂਮ ਹੁੰਦਾ ਸੀ, ਇਕੱਠ ਹੁੰਦਾ ਸੀ, ਸਾਰਾ ਇੱਥੋਂ ਜਾਣ ਲੱਗ ਪਿਆ ਤਰਨ ਤਾਰਨ ਵੱਲ। ਅਗਲਿਆਂ ਨੇ ਬਕਾਇਦਾ ਦਿੱਲੀ ਸਰਕਾਰ ਨੂੰ ਗੱਲਾਂ ਲਿਖੀਆਂ ਕਿ ਇਸ ਗੁਰੂ ਅਰਜਨ ਸਾਹਿਬ ਤੋਂ ਸਾਨੂੰ ਦਿੱਕਤ ਹੈ, ਸਾਡੀਆਂ ਦੁਕਾਨਾਂ ਬੰਦ ਕਰ ਰਿਹਾ। ਉਹਨਾਂ ਨੇ ਲਫ਼ਜ਼ ਜੋ ਲਿਖੇ, ਉਹਨਾਂ ਕਿਹਾ ਇਸ ਜਿਹੜਾ ਧਰਮ ਦਾ ਪੁਜਾਰੀ ਬਣਿਆ ਬੈਠਾ ਅਰਜਨ, ਇਹਦੀ ਦੁਕਾਨ ਤੋਂ ਸਾਨੂੰ ਤਕਲੀਫ ਹੈ। ਉਹਨਾਂ ਨੇ ਐਵੇਂ ਦੇ ਲਫ਼ਜ਼ ਲਿਖੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਬਾਰੇ। ਤੇ ਸਖੀ ਸਰਵਰੀਆਂ ਦਾ ਇੱਕ ਕਾਰਨ ਸੀ, ਇੱਕ ਕਾਰਨ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਜਿਹੜੀ ਕੀਤੀ ਗਈ। ਇਹ ਮੁੱਖ ਕਾਰਨ ਸਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਦੇ। ਹੋਰ ਵੀ ਬੜੇ ਕਾਰਨ ਸਨ ਜੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਦੇ। ਘਰ ਦੇ ਵਿੱਚ ਹੀ ਪ੍ਰੀਥੀ ਚੰਦ ਵਰਗਿਆਂ ਦਾ ਪਹਿਲਾਂ ਹੋ ਰਿਹਾ ਵਿਰੋਧ, ਉਹ ਵੀ ਇੱਕ ਕਾਰਨ ਸੀ। ਜਿਹੜੇ ਭਗਤ ਅਖੌਤੀ ਭਗਤ 4 ਬਾਣੀ ਲੈ ਕੇ ਆਏ ਸਨ, ਪੀਲੂ ਵਰਗੇ, ਛੱਜੂ ਵਰਗੇ, ਉਹਨਾਂ ਦੇ ਵੀ ਸਰਕਾਰ ਦੇ ਨਾਲ ਸੰਬੰਧ ਕਿਤੇ ਨਾ ਕਿਤੇ ਹੈ ਸਨ, ਇਹ ਮੌਜੂਦ ਮਿਲਦਾ ਹੈ। ਉਹਨਾਂ ਨੇ ਵੀ, ਪੀਲੂ ਵਰਗਿਆਂ ਨੇ ਵੀ ਜਾ ਕੇ ਸਰਕਾਰੀ ਦਰਬਾਰੇ ਇਹ ਖਬਰਾਂ ਪਹੁੰਚਾਈਆਂ ਕਿ ਸਾਡੀ ਬਾਣੀ ਇਹਨੇ ਦਰਜ ਨਹੀਂ ਕੀਤੀ। ਬਗਾਵਤੀ ਜਿਹੜੇ ਭਗਤ ਸਨ, ਜਿਹੜੇ ਬਗਾਵਤ ਕਰਨੀ ਚਾਹੁੰਦੇ ਸਨ, ਉਹਨਾਂ ਦੀ ਬਾਣੀ ਇਹਨੇ ਆਪਣੇ ਗ੍ਰੰਥ ਦੇ ਵਿੱਚ ਦਰਜ ਕਰ ਲਈਏ। ਇਹ ਵੀ ਸ਼ਿਕਾਇਤਾਂ ਉਹਨਾਂ ਦੇ ਕੋਲ ਪਹੁੰਚੀਆਂ ਜੀ। ਇਹ ਸਾਰੀਆਂ ਸ਼ਿਕਾਇਤਾਂ ਜਦੋਂ ਇਕੱਠੀਆਂ ਹੋ ਕੇ ਪਹੁੰਚੀਆਂ, ਉਹਨਾਂ ਨੇ ਫਿਰ ਤਰਕੀਬਾਂ ਸੋਚੀਆਂ ਵੀ ਕਿਹੜੇ ਤਰੀਕੇ ਦੇ ਨਾਲ ਇਹਨੂੰ ਖ਼ਤਮ ਕੀਤਾ ਜਾਏ। ਅਗਲਿਆਂ ਨੇ ਖ਼ਤਮ ਕੀਤਾ, ਬਹਾਨੇ ਲੱਭੇ, ਖੁਸਰੋ ਦੀ ਬਗਾਵਤ ਦਾ ਬਹਾਨਾ ਲੱਭਿਆ। ਇਹ ਬੜੇ ਵੱਡੇ ਕਾਰਨ ਸਨ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਦਾ ਦਿਨ ਕਿਹੜਾ ਸੀ? ਉਸ ਸਮੇਂ ਜਦੋਂ ਇਤਿਹਾਸ ਪੜ੍ਹੀਏ, ਉਸ ਸਮੇਂ ਜਿਹੜਾ ਇੱਥੇ ਹਿੰਦੁਸਤਾਨ ਦੀ ਧਰਤੀ ਦੇ ਉੱਪਰ ਕੈਲੰਡਰ ਚੱਲਦਾ ਸੀ, ਚੰਦਰ ਸੂਰਜੀ ਬਿਕਰਮੀ ਕੈਲੰਡਰ, ਉਹਦੇ ਅਨੁਸਾਰ 2 ਹਾੜ ਦਾ ਦਿਨ ਉਸ ਸਮੇਂ ਬਣਦਾ ਕਿ 2 ਹਾੜ ਦੇ ਦਿਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਤਤੀ ਤਵੀ ਦੇ ਉੱਪਰ ਬਿਠਾਇਆ ਗਿਆ। ਉਸ ਸਮੇਂ ਜਦੋਂ ਅੰਗਰੇਜ਼ ਪੰਜਾਬ ਦੇ ਵਿੱਚ ਆਏ, ਉਹਨਾਂ ਨੇ ਆਪਣੀ ਸਹੂਲਤ ਦੇ ਲਈ ਜੂਲੀਅਨ ਕੈਲੰਡਰ ਜਿਹੜਾ ਉਹਦੇ ਵਿੱਚ 2 ਹਾੜ ਨੂੰ ਤਬਦੀਲ ਕਰਕੇ 30 ਮਈ ਬਣਾਇਆ। 30 ਮਈ ਇੱਕ ਗੱਲ ਚੇਤਾ ਰੱਖਣੀ, ਉਸ ਸਮੇਂ ਨਹੀਂ ਸੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਵੇਲੇ ਇਸ ਹਿੰਦੁਸਤਾਨ ਦੇ ਵਿੱਚ ਲਾਗੂ। ਕਿਉਂ ਭਲਾ? ਕਿਉਂਕਿ ਜਿਹੜਾ ਭਾਰਤ ਦੇ ਵਿੱਚ ਕੈਲੰਡਰ ਸੀ, ਉਹ ਤਾਂ ਸਿਰਫ ਇੱਕ ਬਿਕਰਮੀ ਕੈਲੰਡਰ ਸੀ, ਜਿਹਨੂੰ ਆਪਾਂ ਸੂਰਜ ਚੰਦਰ ਬਿਕਰਮੀ ਕੈਲੰਡਰ ਕਹਿੰਦੇ ਹਾਂ। ਤੇ ਇੱਕ ਮੁਸਲਮਾਨਾਂ ਦਾ ਹਿਜਰੀ ਕੈਲੰਡਰ ਉੱਥੇ ਮੌਜੂਦ ਸੀ। ਹਿਜਰੀ ਕੈਲੰਡਰ ਦੇ ਵਿੱਚ ਮੁਸਲਮਾਨਾਂ ਨੇ ਤਰੀਕਾਂ ਲਿਖੀਆਂ, ਸਾਡੇ ਲੋਕਾਂ ਨੇ ਬਿਕਰਮੀ ਕੈਲੰਡਰ ਦੀਆਂ ਤਰੀਕਾਂ ਨੂੰ ਆਪਣੇ ਗ੍ਰੰਥਾਂ ਦੇ ਵਿੱਚ ਉਤਾਰ ਲਿਆ। ਉਹਦਾ ਇੱਕ ਕਾਰਨ ਸੀ ਕਿਉਂਕਿ ਇਹ ਜਿੱਥੋਂ ਸ਼ੁਰੂਆਤ ਹੋਈ ਸੀ, ਜਿੱਥੋਂ ਪੜ੍ਹਾਈ ਹੁੰਦੀ ਸੀ, ਉਹ ਜ਼ਿਆਦਾ ਪੰਡਤਾਂ ਦੇ ਕੋਲੋਂ ਪੜ੍ਹਾਈ ਕਰਕੇ ਜਿਹੜੇ ਆਪਣੇ ਕਵੀ ਸਨ, ਉਹ ਪੰਡਤਾਂ ਦੇ ਕੋਲੋਂ, ਬ੍ਰਾਹਮਣਾਂ ਦੇ ਕੋਲੋਂ ਸਿੱਖ ਕੇ ਤੇ ਉਹ ਫਿਰ ਤਰੀਕਾਂ ਨੂੰ ਬਿਕਰਮੀ ਤਰੀਕਾਂ ਦੇ ਵਿੱਚ ਲਿਖ ਲੈਂਦੇ ਸਨ। ਇਹਨਾਂ ਨੂੰ ਜ਼ਿਆਦਾ ਭਾਰਤੀ ਲੋਕਾਂ ਨੂੰ ਪਤਾ ਸੀ ਬਿਕਰਮੀ ਤਰੀਕਾਂ ਦਾ। ਜਦੋਂ ਗੁਰੂ ਸਾਹਿਬ ਦੀ ਤਰੀਕ ਦੀ ਗੱਲ ਕਰੀਏ, ਉਸ ਸਮੇਂ 2 ਹਾੜ ਮਿਲਦੀ ਹੈ। ਅੱਜ ਵੀ ਨਾਨਕਸ਼ੀ ਕੈਲੰਡਰ ਤੁਸੀਂ ਵੇਖੋ, ਉਹਦੇ ਵਿੱਚ 2 ਹਾੜ ਦੀ ਤਰੀਕ ਮਿਲੇਗੀ। 2 ਹਾੜ ਅੱਜ ਆ ਰਹੀ ਹੈ 16 ਜੂਨ ਨੂੰ, ਉਦੋਂ ਵੀ 2 ਹਾੜ ਸੀ, ਅੱਜ ਵੀ 2 ਹਾੜ ਹੈ। ਉਦੋਂ 30 ਮਈ ਜੂਲੀਅਨ ਕੈਲੰਡਰ ਦੀ ਤਰੀਕ ਸੀ, ਅੱਜ ਗ੍ਰੈਗੋਰੀਅਨ ਕੈਲੰਡਰ ਦੀ 16 ਜੂਨ ਬਣਦੀ ਹੈ ਜੀ। ਕੈਲੰਡਰਾਂ ਦਾ ਕੀ ਹਿਸਾਬ ਕਿਤਾਬ ਹੈ, ਇਹਦੇ ਬਾਰੇ ਮੇਰੀ ਇੱਕ ਵੀਡੀਓ ਪਹਿਲਾਂ ਪਈ, ਇੱਕ ਕਥਾ ਸਮਾਗਮ ਸਾਡਾ ਪਿਆ, ਉਹ ਪੂਰਾ ਕੈਲੰਡਰਾਂ ਦੇ ਉੱਪਰ। ਹੋਰ ਵੀ ਜੇ ਲੋੜ ਪਏਗੀ ਆਪਾਂ ਵਿਚਾਰ ਕਰਾਂਗੇ ਇਹਦੇ ਬਾਰੇ, ਕੈਲੰਡਰਾਂ ਦੇ ਬਾਰੇ। ਉਹ ਸਾਰੇ ਜੂਲੀਅਨ ਕੈਲੰਡਰ, ਗ੍ਰੈਗੋਰੀਅਨ ਕੈਲੰਡਰ, ਕਿਵੇਂ ਕੈਲੰਡਰ ਬਣਦੇ ਨੇ, ਉਹ ਸਾਰੀਆਂ ਗੱਲਾਂ ਉਹਦੇ ਵਿੱਚ ਦੱਸੀਆਂ ਨੇ। ਮੈਂ ਮੋਟੀ ਜੀ ਗੱਲ ਦੱਸ ਦੇਣਾ ਤੁਹਾਨੂੰ, ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਰੀਕ ਹੈ, ਉਹ 22 ਦਸੰਬਰ ਵੀ ਨਹੀਂ ਅਤੇ 5 ਜਨਵਰੀ ਵੀ ਨਹੀਂ, 23 ਪੋਹ ਦੀ ਤਰੀਕ ਫਿਕਸ ਕੀਤੀ ਹੈ ਦੇਸੀ ਦੀ। 23 ਪੋਹ ਦੀ ਤਰੀਕ ਨਾਨਕਸ਼ੀ ਕੈਲੰਡਰ ਦੇ ਵਿੱਚ ਉਸੇ ਤਰੀਕੇ ਦੇ ਨਾਲ 2 ਹਾੜ ਦੀ ਤਰੀਕ ਜਿਹੜੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਦੀ
ਫਿਕਸ ਕੀਤੀ ਗਈ ਏ, ਉਹਦੇ ਅਨੁਸਾਰ ਆਪਾਂ ਮਨਾਉਣਾ 2 ਹਾੜ ਨੂੰ। ਤੇ 2 ਹਾੜ ਆ ਰਹੀ ਏ 16 ਜੂਨ ਨੂੰ। ਉਦੋਂ ਵੀ 2 ਹਾੜ ਸੀ, ਉਦੋਂ 30 ਮਈ ਨਹੀਂ। ਇੱਕ ਗੱਲ ਚੇਤਾ ਰੱਖਿਓ, ਕਈ ਸੁਣਾਈ ਹੋਣਗੇ 30 ਮਈ ਨੂੰ ਹੋਇਆ, ਨਹੀਂ ਜੀ 30 ਮਈ ਉਦੋਂ ਕੈਲੰਡਰ ਮਈ ਵਾਲਾ, ਜੂਨ ਜੁਲਾਈ ਵਾਲਾ, ਇਹ ਕੈਲੰਡਰ ਹੀ ਉਦੋਂ ਨਹੀਂ ਸੀ ਲਾਗੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਵੇਲੇ। ਉਦੋਂ 2 ਹਾੜ ਬਣਦੀ ਸੀ ਤੇ ਅੱਜ ਵੀ 2 ਹਾੜ ਬਣਦੀ ਹੈ। ਅੱਜ ਨਾਨਕਸ਼ੀ ਕੈਲੰਡਰ ਦੀ 2 ਹਾੜ 16 ਜੂਨ ਨੂੰ ਬਣਦੀ ਹੈ। ਇਹ ਆਪਾਂ ਧਿਆਨ ਦੇ ਵਿੱਚ ਰੱਖਣਾ, ਮੇਰੀ ਬੇਨਤੀ ਹੈ। ਇਦੋਂ ਅੱਗੇ ਮੈਂ ਗੱਲ ਕਰਾਂ ਕਿ ਜਿਹੜਾ ਸਭ ਤੋਂ ਵੱਧ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਸ਼ਹੀਦ ਕਰਵਾਉਣ ਦੇ ਵਿੱਚ ਜਿਨ੍ਹਾਂ ਦਾ ਹੱਥ ਸੀ, ਉਹ ਸੀ ਇੱਕ ਸਿਲਸਿਲਾ। ਕਿਹੜਾ ਸਿਲਸਿਲਾ? ਨਕਸ਼ਬੰਦੀ ਸਿਲਸਿਲਾ। ਇਹਦੇ ਮੇਨ 3 ਬੰਦਿਆਂ ਦਾ ਜ਼ਿਕਰ ਮਿਲਦਾ, ਖਵਾਜਾ ਬਾਕੀ ਬਿੱਲਾ, ਸ਼ੇਖ ਅਹਿਮਦ ਸਰਹੰਦੀ ਤੇ ਸ਼ੇਖ ਫਰੀਦ ਬੁਖਾਰੀ। ਸਭ ਤੋਂ ਪਹਿਲਾਂ ਤੁਰਾਨ ਦੇ ਵਿੱਚ ਜਨਮ ਹੋਇਆ ਜਿਸ ਦਾ, ਉਹ ਬੰਦਾ ਸੀ ਖਵਾਜਾ ਬਾਕੀ ਬਿੱਲਾ। ਉਹ ਭਾਰਤ ਆਇਆ, ਅਕਬਰ ਦੇ ਦਰਬਾਰ ਦੇ ਵਿੱਚ ਦਿੱਲੀ ਆਇਆ, ਉੱਥੇ ਆਪਣੀ ਥਾਂ ਬਣਾਈ। ਉਹ ਇਸ ਨਕਸ਼ਬੰਦੀ ਫਿਰਕੇ ਨੂੰ ਹਕੂਮਤ ਦੀ ਤਾਕਤ ਦੇ ਨਾਲ ਵਰਤਦਾ ਸੀ। ਇਹਦਾ ਅਰਥ ਸੀ ਕਿ ਹਕੂਮਤ ਦੀ ਤਾਕਤ ਦੇ ਨਾਲ ਇਸਲਾਮ ਧਰਮ ਨੂੰ ਫੈਲਾਇਆ ਜਾਏ। ਇਹ ਸੰਖੇਪ ਦੇ ਵਿੱਚ ਮੈਂ ਤੁਹਾਨੂੰ ਗੱਲ ਦੱਸਾਂਗਾ ਕਿ ਨਕਸ਼ਬੰਦੀ ਫਿਰਕੇ ਦਾ ਕੰਮ ਸੀ ਸਰਕਾਰੀ ਸਤ੍ਹਾ ਦੀ ਤਾਕਤ ਦੇ ਨਾਲ ਇਸਲਾਮ ਧਰਮ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਫੈਲਾਇਆ ਜਾਏ, ਜ਼ੁਲਮ ਕਰਕੇ ਧੱਕੇ ਦੇ ਨਾਲ, ਸਿਆਸਤ ਦੇ ਨਾਲ ਫੈਲਾਇਆ ਜਾਏ। ਇਹ ਸੀ ਨਕਸ਼ਬੰਦੀ ਸਿਲਸਿਲਾ। ਤੇ ਤੁਰਾਨ ਦੇ ਵਿੱਚੋਂ ਆਇਆ ਖਵਾਜਾ ਬਾਕੀ ਬਿੱਲਾ। ਉਸ ਖਵਾਜਾ ਬਾਕੀ ਬਿੱਲਾ ਨੇ ਆ ਕੇ ਦਿੱਲੀ ਦਰਬਾਰ ਦੇ ਵਿੱਚ ਆਪਣੀ ਥਾਂ ਬਣਾਈ। ਉਸ ਦਿੱਲੀ ਦਰਬਾਰ ਦੇ ਵਿੱਚ ਸ਼ੇਖ ਫਰੀਦ ਬੁਖਾਰੀ ਸੀ ਜਿਹੜਾ ਖਵਾਜਾ ਬਾਕੀ ਬਿੱਲਾ ਦਾ ਸ਼ਾਗਿਰਦ ਬਣਿਆ, ਜਿਹਨੇ ਉਹ ਤੋਂ ਸਿੱਖਿਆ ਪ੍ਰਾਪਤ ਕੀਤੀ। ਅਤੇ ਉਹ ਵੀ ਉਸ ਸਿਲਸਿਲਾ ਦਾ ਜਿਹੜਾ ਨਕਸ਼ਬੰਦੀ ਸਿਲਸਿਲਾ ਸੀ ਉਹਦਾ ਇੱਕ ਮੈਂਬਰ ਬਣ ਗਿਆ ਸ਼ੇਖ ਫਰੀਦ ਬੁਖਾਰੀ। ਸਭ ਤੋਂ ਪਹਿਲਾਂ ਆਇਆ ਖਵਾਜਾ ਬਾਕੀ ਬਿੱਲਾ, ਉਹਦਾ ਸ਼ਰਧਾਲੂ ਬਣਿਆ ਸ਼ੇਖ ਫਰੀਦ ਬੁਖਾਰੀ ਜਿਹੜਾ ਦਿੱਲੀ ਦਰਬਾਰ ਦੇ ਵਿੱਚ ਸੀ। ਉਹਨੇ ਬੜਾ ਜ਼ੋਰ ਲਾਇਆ, ਬਹੁਤ ਜ਼ੋਰ ਲਾਇਆ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਕਬਰ ਬਾਦਸ਼ਾਹ ਨੂੰ ਸਿੱਖਾਂ ਦੇ ਖਿਲਾਫ ਕੀਤਾ ਜਾਏ, ਪਰੰਤੂ ਨਹੀਂ ਹੋਇਆ ਜੀ। ਅਕਬਰ ਬਾਦਸ਼ਾਹ, ਕੁਝ ਨੀਤੀਆਂ ਚੰਗੀਆਂ ਵੀ ਸਨ ਅਕਬਰ ਬਾਦਸ਼ਾਹ ਦੀਆਂ। ਜਦੋਂ ਅਕਬਰ ਬਾਦਸ਼ਾਹ ਮਰਿਆ ਉਸ ਤੋਂ ਬਾਅਦ ਜਹਾਂਗੀਰ ਜਦੋਂ ਤਖਤ ਦੇ ਉੱਪਰ ਬੈਠਾ, ਉਸ ਸਮੇਂ ਜਹਾਂਗੀਰ ਨੇ ਪ੍ਰਭਾਵ ਕਬੂਲ ਕੀਤਾ ਇਹਨਾਂ ਦਾ, ਨਕਸ਼ਬੰਦੀ ਸਿਲਸਿਲਾ ਵਾਲਿਆਂ ਦਾ, ਕਿਉਂਕਿ ਉਸ ਤਖਤ ਦੇ ਉੱਪਰ, ਦਿੱਲੀ ਦੇ ਤਖਤ ਦੇ ਉੱਪਰ ਬਹਾਉਣ ਵਾਲੇ ਇਹਨੂੰ ਇਸ ਨਕਸ਼ਬੰਦੀ ਸਿਲਸਿਲਾ ਵਾਲੇ, ਸਖੀ ਸਰਵਰ ਵਾਲੇ, ਇਹਨਾਂ ਸਾਰਿਆਂ ਨੇ ਹਮਾਇਤ ਕੀਤੀ। ਤਖਤ ਦੇ ਉੱਪਰ ਭਾਇਆ ਇੱਕ ਸ਼ਰਤ ਸੀ, ਜੇ ਤੂੰ ਸਿੱਖ ਧਰਮ ਨੂੰ ਖਤਮ ਕਰੇ ਤਾਂ ਤੈਨੂੰ ਤਖਤ ਦੇ ਉੱਪਰ ਭਾਵਾਂਗੇ। ਤੇ ਨਕਸ਼ਬੰਦੀ ਸਿਲਸਿਲਾ ਵਾਲਿਆਂ ਨੇ, ਬਾਕੀ ਸਾਰਿਆਂ ਨੇ, ਬ੍ਰਾਹਮਣਵਾਦ ਨੇ ਜ਼ੋਰ ਲਾ ਕੇ ਉਹਨੂੰ ਤਖਤ ਦੇ ਉੱਪਰ ਭਾਇਆ, ਕਿਉਂਕਿ ਕੁੱਤਾ ਰਾਜ ਬਹਾਲੀ ਹੈ ਫਿਰ ਚੱਕੀ ਚੱਟਾ ਭਾਈ। ਇਹ ਗੱਲ ਉੱਥੇ ਲਾਗੂ ਹੋਈ ਜਦੋਂ ਉਸ ਨੂੰ ਰਾਜੇ ਨੂੰ ਤਖਤ ਦੇ ਉੱਪਰ ਬਿਠਾਇਆ, ਸਿੱਖਾਂ ਦੇ ਖਿਲਾਫ ਆਪਣਾ ਪ੍ਰਤੀਕਰਮ ਵਿਖਾਇਆ ਉਹਨੇ। ਤੇ ਇੱਕ ਸਰਹੰਦ ਦੇ ਵਿੱਚ ਸ਼ੇਖ ਅਹਿਮਦ ਸਰਹੰਦੀ, ਉਹ ਵੀ ਜਦੋਂ ਦਿੱਲੀ ਗਿਆ ਹੋਇਆ ਸੀ ਤੇ ਉਹਦਾ ਮਿਲਾਪ ਵੀ ਸ਼ੇਖ ਫਰੀਦ ਬੁਖਾਰੀ ਉਹਨਾਂ ਦੇ ਨਾਲ ਹੋਇਆ। ਉਹ ਵੀ ਇਹਨਾਂ ਦੇ ਪ੍ਰਭਾਵ ਦੇ ਅਧੀਨ ਆਇਆ, ਉੱਥੇ ਪ੍ਰਭਾਵ ਉਹਨੇ ਕਬੂਲ ਕੀਤਾ। ਉਹ ਆਪਣਾ ਪੰਜਾਬ ਦੇ ਵਿੱਚ ਸਰਹੰਦ ਦੇ ਵਿੱਚ ਆਪਣਾ ਨਕਸ਼ਬੰਦੀ ਫਿਰਕਾ ਚਲਾਉਣ ਲੱਗਾ। ਸ਼ੇਖ ਫਰੀਦ ਬੁਖਾਰੀ ਦਿੱਲੀ ਦੇ ਵਿੱਚ ਬਹਿ ਕੇ ਆਪਣਾ ਸਿਲਸਿਲਾ ਚਲਾਉਣ ਲੱਗਾ। ਅਤੇ ਖਵਾਜਾ ਬਾਕੀ ਬਿੱਲਾ 1603 ਦੇ ਵਿੱਚ ਉਹਦੀ ਮੌਤ ਹੋ ਚੁੱਕੀ ਸੀ। ਅਤੇ ਸ਼ੇਖ ਫਰੀਦ ਬੁਖਾਰੀ ਜਿਹੜਾ ਮੁਰਤਜ਼ਾ ਖਾਨ ਦੇ ਨਾਮ ਦੇ ਨਾਲ ਮਸ਼ਹੂਰ ਹੋਇਆ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਸ਼ਹੀਦ ਕਰਵਾਉਣ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਸੀ ਸ਼ੇਖ ਫਰੀਦ ਬੁਖਾਰੀ ਜਿਹੜਾ ਮੁਰਤਜ਼ਾ ਖਾਨ ਸੀ। ਇਹ ਇੱਕ ਸਿਲਸਿਲਾ ਜਿਹੜਾ ਨਕਸ਼ਬੰਦੀ ਸਿਲਸਿਲਾ ਸੀ ਇਹਨਾਂ ਦਾ, ਇਹਦੇ ਅਧੀਨ ਇਹਨਾਂ ਨੇ ਬੜੀਆਂ ਚਿੱਠੀਆਂ ਵੀ ਲਿਖੀਆਂ। ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਹੋਈ ਉਦੋਂ ਵੀ ਉੱਥੇ ਬੁੱਢਾ ਬੰਦਾ ਸ਼ੇਖ ਅਹਿਮਦ ਸਰਹੰਦੀ, ਉਹਨੇ ਬਾਦਸ਼ਾਹ ਨੂੰ ਚਿੱਠੀ ਲਿਖੀ ਕਿ ਮੈਂ ਬੁੱਢਾ ਬੰਦਾ, ਮੇਰੇ ਤੋਂ ਤੁਰਿਆ ਨਹੀਂ ਜਾਂਦਾ, ਮੈਂ ਇੱਕ ਬਹਿ ਕੇ ਇੱਕ ਜਗ੍ਹਾ ਦੇ ਉੱਪਰ ਉੱਥੇ ਲੇਟਿਆ ਰਹਿਣਾ, ਪਰੰਤੂ ਮੇਰੀ ਇੱਛਾ ਸੀ ਦਿਲ ਦੇ ਵਿੱਚ ਹਾਥੀਆਂ ਦੇ ਨਾਲ ਕੁਚਲਦਾ ਹੋਇਆ ਇਸ ਅਰਜਨ ਨੂੰ ਮੈਂ ਆਪਣੀਆਂ ਅੱਖਾਂ ਦੇ ਨਾਲ ਵੇਖਾਂ। ਮੇਰੇ ਸੁਪਨੇ ਦੇ ਵਿੱਚ ਵੀ ਹਾਥੀ ਇਹਨੂੰ ਕੁਚਲ ਕੇ ਗਏ ਨੇ। ਮੇਰੀ ਬੜੀ ਇੱਛਾ ਸੀ ਦਿਲ ਦੀ ਕਿ ਮੈਂ ਜਾਵਾਂ ਉੱਥੇ ਜਾ ਕੇ ਆਪਣੀਆਂ ਅੱਖਾਂ ਦੇ ਨਾਲ ਮਰਦਾ ਵੇਖਾਂ, ਇਹਨੂੰ ਸੜਦਾ ਵੇਖਾਂ, ਉਬਲਦਾ ਵੇਖਾਂ ਆਪਣੀਆਂ ਅੱਖਾਂ ਦੇ ਨਾਲ। ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਬਾਰੇ ਉਹਨੇ ਐਵੇਂ ਦੇ ਬੋਲ ਲਿਖ ਕੇ ਉਸ ਬਾਦਸ਼ਾਹ ਜਹਾਂਗੀਰ ਨੂੰ ਭੇਜੇ। ਇਹਨਾਂ ਤਰੀਕਿਆਂ ਦੇ ਨਾਲ ਇਹਨਾਂ ਨੇ ਸ਼ਹੀਦ ਕੀਤਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ। ਫਿਰ ਦੱਸ ਦਿਆਂ ਮੈਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ, ਤਰਨਤਾਰਨ ਸਾਹਿਬ ਦੀ ਸਥਾਪਨਾ ਜਿਹੜੀ ਕੀਤੀ, ਜਿਹਦੇ ਨਾਲ ਸਖੀ ਸਰਵਰੀਆਂ ਨੂੰ ਬੜਾ ਵੱਡਾ ਨੁਕਸਾਨ ਹੋਇਆ। ਉਸ ਤੋਂ ਬਾਅਦ ਨਕਸ਼ਬੰਦੀ ਫਿਰਕੇ ਵਾਲੇ, ਉਹਨਾਂ ਨੂੰ ਕੀ ਡਰ ਸੀ? ਨਕਸ਼ਬੰਦੀ ਫਿਰਕੇ ਵਾਲਿਆਂ ਨੂੰ, ਉਹਨਾਂ ਨੂੰ ਇੱਕ ਡਰ ਸੀ ਕਿ ਜਿਹੜੇ ਸਿੱਖੀ ਦੇ ਪ੍ਰਚਾਰ ਦੇ ਨਾਲ ਮੁਸਲਮ ਧਰਮ ਵਾਲੇ ਵੀ, ਇਸਲਾਮ ਮਤ ਵਾਲੇ ਵੀ ਸਿੱਖੀ ਦੇ ਵੱਲ ਵੱਧ ਰਹੇ ਨੇ, ਉਹਨਾਂ ਦਾ ਸਾਰਾ ਕੁਝ ਫੇਲ ਹੋ ਰਿਹਾ ਸੀ। ਉਹ ਤਾਂ ਚਾਹੁੰਦੇ ਸਨ ਸਿਆਸਤ ਦੀ ਸਤ੍ਹਾ ਦੇ ਜ਼ੋਰ ਦੇ ਨਾਲ ਇੱਥੇ ਇਸਲਾਮ ਧਰਮ ਫੈਲਾਈਏ, ਪਰੰਤੂ ਨਹੀਂ, ਉਹਨਾਂ ਤੋਂ ਨਹੀਂ ਹੋਇਆ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਪਿਆਰ ਨੇ ਜਿਹੜਾ ਕੰਮ ਕੀਤਾ, ਉਹਨਾਂ ਦੀ ਸਿਆਸਤ ਦੇ ਜ਼ੋਰ ਨੇ ਵੀ ਉਹ ਕੰਮ ਨਹੀਂ ਕੀਤਾ।
ਤੇ ਉਹਨਾਂ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਖਤਮ ਕਰਨ ਦੀਆਂ ਪਲੈਨਿੰਗਾਂ ਬਣਾਈਆਂ, ਬੜੇ ਵੱਡੇ ਪਲੰਦੇ ਬਣਾਏ। ਅੱਜ ਵੀ ਸਾਡੇ ਪ੍ਰਚਾਰਕ ਕਈ ਐਵੇਂ ਦੀਆਂ ਸਾਖੀਆਂ ਸੁਣਾਈ ਜਾਣਗੇ, ਜੀ ਸਖੀ ਸਰਵਰੀਆਂ ਦੇ ਜਾ ਕੇ ਖੀਰ ਚੜਾਓ, ਫਲਾਣਾ ਬੰਦਾ ਖੀਰ ਚੜਾ ਕੇ ਆਇਆ, ਉਹਦੀ ਮੱਝ ਦੁੱਧ ਬੜਾ ਦੇਣ ਲੱਗ ਗਈ, ਉਹਦੀ ਗਾਂ ਬੜਾ ਦੁੱਧ ਦੇਣ ਲੱਗ ਗਈ। ਭਾਈ ਜਿਨ੍ਹਾਂ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਸ਼ਹੀਦ ਕਰਵਾਉਣ ਦੇ ਵਿੱਚ ਯੋਗਦਾਨ ਪਾਇਆ, ਸਭ ਤੋਂ ਵੱਡਾ ਯੋਗਦਾਨ ਸੀ ਸਖੀ ਸਰਵਰ ਵਾਲਿਆਂ ਦਾ। ਉਹਨਾਂ ਨੂੰ ਜਾ ਕੇ ਅੱਜ ਆਪਾਂ ਖੀਰਾਂ ਚੜਾਈ ਹੁੰਦੇ ਹਾਂ। ਖੀਰਾਂ ਚੜਾ ਕੇ ਆਪਾਂ ਉੱਥੇ ਇੱਕ ਗੱਲ ਮਸ਼ਹੂਰ ਹੈ, ਕੁੱਤੇ ਵੀ ਖੀਰ ਨਹੀਂ ਖਾਂਦੇ ਉੱਥੇ, ਵੀ ਇੰਨੀ ਖੀਰ ਉੱਥੇ ਚੜ੍ਹਦੀ ਹੈ, ਕੁੱਤਿਆਂ ਨੂੰ ਵੀ ਖਾ ਖੁਰਕ ਪਈ ਹੈ, ਕੁੱਤੇ ਵੀ ਹੋਰ ਨਹੀਂ ਖਾ ਸਕਦੇ ਖੀਰ। ਵੀ ਆਪਣੇ ਸਿੱਖ ਕਮਲੇ ਹੋਏ ਜਾਈ ਹੁੰਦੇ ਨੇ ਉੱਧਰ ਸਖੀ ਸਰਵਰੀਆਂ ਵਾਲ ਸ਼ੇਖ ਫਤਿਹ ਦੇ ਖੀਰਾ ਚੜਾਉਣ, ਉੱਥੇ ਕੁੱਤੇ ਵੀ ਨਹੀਂ ਖਾਂਦੇ। ਤੇ ਪੰਜਾਬ ਦੇ ਵਿੱਚ ਇੱਧਰ ਸੜਕਾਂ 'ਤੇ ਰੁੜ੍ਹੀ ਆਉਣਗੇ, ਭਾਈ ਸਾਨੂੰ ਦੁੱਧ ਦਾ ਮੁੱਲ ਚਾਹੀਦਾ। ਭਲਿਓ ਜਦੋਂ ਤੁਸੀਂ ਜਾ ਕੇ ਉੱਥੇ ਸਖੀ ਸਰਵਰੀਆਂ ਦੇ ਇੰਨੀਆਂ ਖੀਰਾ ਚੜਾਉਂਦੇ ਜੇ, ਉਹ ਤੁਸੀਂ ਇੱਧਰ ਜ਼ੋਰ ਲਾਓ ਹਾਂ ਸਾਰਾ ਆਪਣੇ। ਹੁਣ ਅਗਲੇ ਵੀ ਕਹਿੰਦੇ ਨੇ ਵੀ ਦੁੱਧ ਦਾ ਰੇਟ ਤੁਹਾਡਾ ਕਾਹਨੂੰ ਵਧਾਈਏ, ਤੁਸੀਂ ਜਾ ਕੇ ਸਾਰਾ ਉੱਥੇ ਸਖੀ ਸਰਵਰੀਆਂ ਦੇ ਚੜਾਈ ਹੁੰਦੇ ਜੇ ਸ਼ੇਖ ਫਤਿਹ ਦੇ। ਇਹ ਸਾਰੀਆਂ ਗੱਲਾਂ ਸਮਝਣ ਵਾਲੀਆਂ ਨੇ। ਭਾਈ ਸਖੀ ਸਰਵਰੀਆਂ ਨੇ ਜਿੱਡਾ ਸਾਡਾ ਨੁਕਸਾਨ ਕੀਤਾ, ਇਹ ਤੋਂ ਵੱਡਾ ਨੁਕਸਾਨ ਕੀ ਹੋਏਗਾ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਤਵੀ ਦੇ ਉੱਪਰ ਬਿਠਾ ਕੇ ਉਹਨਾਂ ਨੇ ਸ਼ਹੀਦ ਕੀਤਾ ਹੋਏ, ਦੇਗਾਂ ਦੇ ਵਿੱਚ ਬਾਲਿਆ ਹੋਏ, ਸਾਰਾ ਜ਼ੋਰ ਲਾਇਆ ਸਖੀ ਸਰਵਰ ਵਾਲਿਆਂ, ਸ਼ੇਖ ਫਤਿਹ ਵਾਲਿਆਂ। ਹੁਣ ਸ਼ੇਖ ਫਤਿਹ ਕੌਣ ਸੀ, ਇਹ ਫਿਰ ਆਪਾਂ ਕਦੀ ਵਿਚਾਰਾ ਕਰਾਂਗੇ। ਹੁਣ ਵਿਚਾਰਾ ਲੰਬੀਆਂ ਹੋ ਜਾਣਗੀਆਂ। ਮੈਂ ਇੰਨੀ ਗੱਲ ਕਰਨੀ ਚਾਹੁੰਦਾ ਭਾਈ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹੀਦੀ ਦੇ ਕਾਰਨ ਇਹ ਸਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਜਿਹੜੀ ਕੀਤੀ, ਤਰਨਤਾਰਨ ਸਾਹਿਬ ਬਣਵਾਇਆ, ਸਿੱਖੀ ਦਾ ਪ੍ਰਚਾਰ ਕੀਤਾ। ਉਹਨਾਂ ਦੇ ਪ੍ਰਚਾਰ ਦੇ ਕਾਰਨ ਜਿਹੜੇ ਲੋਕ ਹਿੰਦੂ ਮੁਸਲਮਾਨ ਸਿੱਖ ਬਣ ਰਹੇ ਸਨ, ਨਕਸ਼ਬੰਦੀ ਫਿਰਕੇ ਵਾਲਿਆਂ ਨੂੰ, ਬ੍ਰਾਹਮਣਵਾਦ ਨੂੰ ਬੜਾ ਵੱਡਾ ਡਰ ਸੀ। ਇਹਨਾਂ ਕਾਰਨਾਂ ਦੇ ਕਾਰਨ ਉਹਨਾਂ ਨੂੰ ਸ਼ਹੀਦ ਕੀਤਾ। ਜਿਹੜੇ 4 ਅਖੌਤੀ ਭਗਤਾਂ ਦੀ ਬਾਣੀ ਨਹੀਂ ਦਰਜ ਕੀਤੀ, ਉਹਨਾਂ ਨੇ ਵੀ ਸਰਕਾਰ ਦੇ ਕੋਲ ਹੱਥ ਕੰਡੇ ਅਪਣਾਏ ਜਾ ਕੇ, ਉਹ ਵੀ ਸਰਕਾਰ ਤੱਕ ਪਹੁੰਚ ਕੀਤੀ ਕਿ ਸਾਡੀ ਬਾਣੀ ਦਰਜ ਨਹੀਂ ਕੀਤੀ, ਇਹਨੂੰ ਖਤਮ ਕੀਤਾ ਜਾਏ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ। ਇਹ ਕਾਰਨ ਸਨ ਬੜੇ ਵੱਡੇ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਹੋਰ ਝੂਠੀਆਂ ਸਾਖੀਆਂ ਬੜੀਆਂ ਬਣਾਈਆਂ ਜਾਂਦੀਆਂ ਨੇ, ਉਹ ਉਹਨਾਂ ਦੇ ਉੱਪਰ ਇਤਬਾਰ ਕਰਨ ਦੀ ਲੋੜ ਨਹੀਂ। ਇਹ ਮੇਨ ਕਾਰਨ ਸਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹੀਦੀ ਦੇ। ਜਿਵੇਂ ਸ਼ਹੀਦੀ ਹੋਈ ਤੁਹਾਨੂੰ ਮੈਂ ਇੰਨੀਆਂ ਕੁ ਘਟਨਾਵਾਂ ਸੰਖੇਪ ਦੇ ਵਿੱਚ ਕਰਕੇ ਦੱਸੀਆਂ ਨੇ। ਕਿਤੇ ਫਿਰ ਸਮਾਂ ਹੋਇਆ ਵਿਸਥਾਰ ਦੇ ਵਿੱਚ ਆਪਾਂ ਵਿਚਾਰ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।